ਤਾਂ ਕਿਹੜੇ ਇਹੋ ਜਿਹੇ ਕੰਮ ਹੈ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ? ਕੁਝ ਇਹੋ ਜਿਹੀ ਮੇਨ ਚੀਜ਼ਾਂ ਜਿਹੜੀਆਂ ਉਹਨਾਂ ਨੇ ਜਲੰਧਰ ਵਾਸਤੇ ਕੀਤੀਆਂ ਹੁਣ ਜਿਹੜੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਗਿਣਾ ਸਕਦੇ ਹੋ ਕਿ ਹਾਂ ਦੇਖੋ ਆਹ ਚੀਜ਼ ਸੰਤੋਖ ਸਿੰਘ ਚੌਧਰੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ। ਆਪਣੀ ਜਿਹੜੀ ਕਮਿਊਨਿਟੀ ਸਾਡੀ ਦਲਿਤ ਕਮਿਊਨਿਟੀ ਦੀਆਂ ਜੋ ਪਰੇਸ਼ਾਨੀਆਂ ਨੇ ਉਹਨਾਂ ਨੂੰ ਸਾਡਾ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਉਹਦੇ ਲਈ ਸੰਘਰਸ਼ਮਈ ਹੈ। ਸਿੰਪਥੀ ਵੋਟ ਵੀ ਸ਼ਾਇਦ ਇਸ ਵਾਰ ਤੁਹਾਡੇ ਨਾਲ ਜਾਊਗੀ, ਸਿੰਪਥੀ ਵੋਟ ਦੇ ਕਾਰਨ ਫਾਇਦਾ ਮਿਲ ਸਕਦਾ ਹੈਗਾ। ਤਾਂ ਲੱਗਦਾ ਕਿ ਸਿੰਪਥੀ ਵੋਟ ਹੋਊਗੀ ਜਾਂ ਫਿਰ ਉਹ ਕੰਮ ਦੇ ਬੇਸ ਦੇ ਉੱਤੇ ਵੋਟ ਹੋਏਗੀ? ਸਿੰਪਥੀ ਤਾਂ ਕੋਈ ਵੀ ਜੇ ਦੁਨੀਆ ਤੋਂ ਚਲਿਆ ਜਾਂਦਾ ਹੈ ਤਾਂ ਇਤਿਹਾਸ ਵੀ ਹਾਰਾ ਨਾਰਾ ਮਾਰ ਦਿੰਦਾ ਹੈ, ਲੇਕਿਨ ਸੰਤੋਖ ਜੀ ਦੇ ਪ੍ਰਤੀ ਜਿਹੜਾ ਸਿੰਪਥੀ ਹੈ ਨਾ, ਉਹਦੇ 'ਚ ਉਹਨਾਂ ਦੇ ਪ੍ਰਤੀ ਲੋਕਾਂ ਦਾ ਸਨੇਹ ਜੁੜਿਆ ਹੋਇਆ ਹੈ ਔਰ ਉਹ ਮੇਰੀ ਤਾਕਤ ਹੈ। ਕਿ ਅਕਸਰ ਕਿਹਾ ਜਾਂਦਾ ਹੈ ਬਾਈ ਇਲੈਕਸ਼ਨ ਜਿਤਨੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਸ ਤੋਂ ਔਖੀ ਹੁੰਦੀ ਹੈ, ਤਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ, ਤਾਂ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਤੁਹਾਨੂੰ ਇਹ 5 ਸੀਟਾਂ ਦਾ ਔਰ ਬਾਕੀ ਰਿਮੇਨਿੰਗ 4 ਆਮ ਆਦਮੀ ਪਾਰਟੀ ਜਿਹੜੀ ਸੀਟਾਂ ਨੇ ਉਸ ਦਾ ਤੁਹਾਨੂੰ ਅਸਰ ਪਏਗਾ? ਪਰ ਇਹ 9 ਦੇ 9 ਜਿਹੜੇ ਸੈਗਮੈਂਟਸ ਨੇ ਮੇਰੇ ਲਈ ਹੈਨਰੀ ਬਾਵਾ ਵੀ ਵਿਕਰਮ ਹੈ, ਮੇਰੇ ਲਈ ਕੋਟਲੀ ਜੀ ਵੀ ਵਿਕਰਮ ਹੈ, ਮੇਰੇ ਲਈ ਰਿੰਕੂ ਵੀ ਵਿਕਰਮ ਹੈ, ਮੇਰੇ ਲਈ ਸਾਰੇ ਜਣੇ ਇੱਕ ਪਰਿਵਾਰ ਹੈ ਜੀ। ਅਕਾਲੀ ਦਲ, ਬੀਜੇਪੀ, ਬਸਪਾ, ਆਮ ਆਦਮੀ ਪਾਰਟੀ, ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਤੁਸੀਂ ਕਿਸ ਤਰੀਕੇ ਨਾਲ ਆਪਣਾ ਆਪੋਜੀਸ਼ਨ ਦੇਖਦੇ ਹੋ? ਮੈਂ ਆਪਣੇ ਹਾਰਡ ਵਰਕ ਤੇ ਡਿਪੈਂਡ ਕਰਦੀ ਹਾਂ ਜੀ, ਕਿਉਂਕਿ ਲੜਾਈ ਤਾਂ ਲੜਾਈ ਹੁੰਦੀ ਹੈ ਜੀ। ਯੁੱਧ ਦੇ ਮੈਦਾਨ 'ਚ ਤਾਂ ਸਾਰੇ ਬਰਾਬਰ ਹੋਣਗੇ, ਉਹ ਚਾਹੇ ਰੂਲਿੰਗ ਪਾਰਟੀ ਹੋਏਗੀ ਜੀ, ਚਾਹੇ ਉਹ ਸੈਂਟਰ ਦੀ ਰੂਲਿੰਗ ਪਾਰਟੀ ਦੇ ਨੁਮਾਇੰਦੇ ਹੋਣਗੇ ਨਾ ਜੀ, ਤੇ ਜਾਂ ਫਿਰ ਕਿਸੇ ਦਾ ਗੱਠ ਜੋੜ ਵਾਲੇ ਹੋਣਗੇ। ਬੱਲਾਂ ਵੀ ਜਾ ਕੇ ਆਏ ਨੇ, ਇੱਕ ਵੱਡੀ ਗ੍ਰਾਂਟ ਦਿੱਤੀ ਉਹਨਾਂ ਦੇ ਵੱਲੋਂ। ਕੀ ਲੱਗਦਾ ਇਹਨਾਂ ਫੈਕਟਰਸ ਦੇ ਨਾਲ ਤੁਹਾਨੂੰ ਆਪਣੀ ਸੀਟ ਦੇ ਉੱਤੇ ਕੋਈ ਚੀਜ਼ਾਂ ਪ੍ਰਭਾਵ ਪਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ? ਪੈਸੇ ਡੇਰੇ ਪੈਸੇ ਨਹੀਂ ਮੰਗਦੇ ਜੀ, ਕੋਈ ਪੈਸਾ ਡੇਰੇ ਪੈਸੇ ਨਹੀਂ ਮੰਗਦਾ ਕੋਈ ਵੀ ਡੇਰਾ। ਅਸੀਂ ਤਾਂ ਉੱਥੋਂ ਮੰਗੀਦਾ ਹੈ, ਉੱਥੇ ਦਿੰਦੀ ਨਹੀਂ ਅਸੀਂ। ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਰੱਖਦੇ ਸੀਗੇ, ਇਹਨਾਂ ਚੀਜ਼ਾਂ ਦੇ ਵਿੱਚ ਤੁਹਾਡੀ ਰੁਚੀ ਰਹਿੰਦੀ ਸੀਗੀ, ਸਿਆਸਤ ਦੇ ਵਿੱਚ ਤੁਹਾਡਾ ਧਿਆਨ ਰਹਿੰਦਾ ਸੀ? ਪਰਿਵਾਰ ਨੂੰ ਤਾਂ ਆਲਮੋਸਟ 2-3 ਸਾਲ ਨੂੰ ਇੱਕ ਸਦੀ ਹੋ ਜਾਣੀ ਹੈ ਜੀ, ਤੇ ਮੇਰਾ ਇਸ ਪਰਿਵਾਰ ਦੇ ਵਿੱਚ 46 ਸਾਲ ਇਹ ਲੈਸਨ ਵੀ ਹੋਏਗਾ ਔਰ ਇਹ ਮੇਰਾ ਇੱਕ ਤਜਰਬਾ। ਸਾਰੀ ਤਾਂ ਅਸੀਂ ਤਿੰਨੋਂ ਜੀ ਬੈਠ ਕੇ ਕਰ ਹੀ ਰਹੇ ਸੀ। ਹਾਂ, ਇਹ ਦੁੱਖ ਦੀ ਗੱਲ ਹੈ ਕਿ ਸਾਡੇ ਇਸ ਸੰਘਰਸ਼ 'ਚ ਜਿੱਥੇ ਉਹਨਾਂ ਦੀ ਆਤਮਾ ਸਾਡੇ ਨਾਲ ਹੈ, ਉਹਨਾਂ ਦਾ ਜਿਹੜਾ ਆਦਰਸ਼ ਸਾਡੇ ਨਾਲ ਹਨ, ਪਰ ਅਸੀਂ ਉਸੇ ਗਸਟੋ ਨਾਲ, ਉਸੇ ਹੀ ਜੋਸ਼ ਨਾਲ, ਠਰਮੇ ਨਾਲ ਉਹਨਾਂ ਦੇ ਵਿਚਾਰਧਾਰਾ, ਕਾਂਗਰਸ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਤੁਰੇ ਹੋਏ ਹਾਂ। 2 ਵਾਰ ਸਾਂਸਦ ਰਹੇ ਸੰਤੋਖ ਚੌਧਰੀ ਜੀ, ਤਾਂ ਕਦੀ ਸਬਬ ਬਣਿਆ ਪਾਰਲੀਮੈਂਟ ਜਾਣ ਦਾ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਆਬਜ਼ਰਵ ਕਰਨ ਦਾ ਕਦੀ ਸਬਬ ਬਣਿਆ ਸੀ? ਕੁਝ ਫੇਵਰੇਟ ਬੁਲਾ ਰਹੇ ਨੇ ਜਿਨ੍ਹਾਂ ਨੂੰ ਮੈਂ ਸੁਣਨਾ ਪਸੰਦ ਕਰਦੀ ਸੀ, ਔਰ ਸਪੈਸ਼ਲੀ ਮੈਨੂੰ ਉਹਨੂੰ ਲਾਈਵ ਜਿਹੜਾ ਹੈਗਾ ਬੋਥ ਰਾਜ ਸਭਾ ਔਰ ਲੋਕ ਸਭਾ ਨੂੰ ਸੁਣਨਾ ਮੇਰਾ ਇੱਕ ਹੁਣ ਸ਼ੌਕ ਬਣਿਆ ਸੀ। ਆਨੰਦ ਸ਼ਰਮਾ ਜੀ ਸੀਗੇ ਜੀ, ਮਨੀਸ਼ ਤਿਵਾੜੀ ਜੀ ਸੀਗੇ ਜੀ, ਖੁਦ ਸੰਤੋਖ ਜੀ ਤਾਂ ਸੀਗੇ ਜੀ, ਔਰ ਅਨੇਕਾਂ ਹੈ ਜੀ, ਔਰ ਮਹਾਰਾਸ਼ਟਰ ਤੋਂ MP ਸਾਹਿਬਾਂ ਨੇ NCP ਦੀਆਂ, ਤਾਂ ਮੈਂ ਕਾਫੀ ਓਬਜ਼ਰਵ ਕਰਦੀ ਹਾਂ ਜੀ ਉਹਨਾਂ ਨੂੰ। ਔਰ ਰਾਜ ਸਭਾ 'ਚ ਕਾਫੀ ਵਾਮਪੰਥੀ ਦਲਾਂ ਦੇ ਜਿਹੜੇ ਕਈ MP ਸਾਹਿਬ ਨੇ ਉਹਨਾਂ ਨੂੰ ਮੈਂ ਸੁਣਦੀ ਹਾਂ ਜੀ, ਔਰ ਇਹ ਸਾਰਾ ਕੁਝ ਹੁਣ ਇਨਗ੍ਰੇਨ ਹੋ ਗਿਆ ਸਾਡੇ ਮਤਲਬ ਵਿੱਚ, ਢਲ ਗਿਆ। 14 ਔਰ 19 ਦੀਆਂ ਕੁਝ ਯਾਦਾਂ ਤਾਜ਼ਾ ਹੁੰਦੀਆਂ ਨੇ ਹੁਣ ਜਦੋਂ ਇਸ ਮੌਜੂਦਾ ਹਾਲਾਤਾਂ ਦੇ ਵਿੱਚ? ਇੱਕ ਦੁੱਖ ਦੀ ਰਗ ਹੈ ਜੀ, ਉਹਨਾਂ ਦਾ ਅਚਾਨਕ ਜਾਣਾ। ਸਿਆਸੀ ਪਰਿਵਾਰ ਕੋ ਬੈਠ ਕੇ ਪਰਿਵਾਰ ਨੂੰ ਗਰੀਫ ਕਰਨ ਦਾ ਵੀ ਟਾਈਮ ਨਹੀਂ ਮਿਲਿਆ। ਰਾਹੁਲ ਗਾਂਧੀ ਦੇ ਵੱਲੋਂ ਭਾਰਤ ਦੇ ਵਿੱਚ ਭਾਰਤ ਜੋੜੋ ਯਾਤਰਾ ਕੱਢੀ ਗਈ ਸੀ, ਔਰ ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਸੀ ਤਾਂ ਉਦੋਂ ਜਲੰਧਰ ਦੇ ਵਿੱਚ ਚੌਧਰੀ ਪਰਿਵਾਰ ਦੇ ਉੱਤੇ ਇੱਕ ਬਹੁਤ ਦੁੱਖ ਦੀ ਘੜੀ ਆਈ। ਇੱਕ ਪਰਿਵਾਰ ਦੇ ਉੱਤੇ ਵੱਡਾ ਦੁੱਖ ਆਇਆ ਜਿਸ ਦੇ ਵਿੱਚ ਸੰਤੋਖ ਸਿੰਘ ਚੌਧਰੀ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਹਾਰਟ ਅਟੈਕ ਦੇ ਨਾਲ ਦੇਹਾਂਤ ਭਾਰਤ ਜੋੜੋ ਯਾਤਰਾ ਦੇ ਦਰਮਿਆਨ ਹੋ ਜਾਂਦਾ ਹੈ। ਉਸ ਤੋਂ ਬਾਅਦ ਹੁਣ ਜ਼ਿਮਨੀ ਚੋਣ ਹੋਣੀ ਹੈ ਔਰ ਪਾਰਟੀ ਨੇ ਉਹਨਾਂ ਦੇ ਹੀ ਪਤਨੀ ਨੂੰ ਮੈਦਾਨ ਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਹੈ। ਕੀ ਕੁਝ ਤਿਆਰੀਆਂ ਨੇ, ਕੀ ਕੁਝ ਚੈਲੰਜਸ ਉਹ ਇਸ ਜ਼ਿਮਨੀ ਚੋਣ ਨੂੰ ਲੈ ਕੇ ਦੇਖ ਰਹੇ ਨੇ,
ਤਾਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਸੰਤੋਖ ਸਿੰਘ ਚੌਧਰੀ ਉਹਨਾਂ ਦੇ ਪਤਨੀ ਕਰਮਜੀਤ ਕੌਰ ਉਹਨਾਂ ਦੇ ਨਾਲ। ਮੈਂ ਬਹੁਤ ਬਹੁਤ ਸਵਾਗਤ। ਬਹੁਤ ਇੱਕ ਤਾਂ ਪਹਿਲਾਂ ਮੰਦਭਾਗੀ ਘਟਨਾ ਵਾਪਰਦੀ ਹੈ, ਪਰਿਵਾਰ ਨੂੰ ਇੱਕ ਵੱਡਾ ਸ਼ੌਕ ਲੱਗਦਾ ਹੈ, ਕਿਵੇਂ ਵੇਖਦੇ ਹੋ? ਕਿਉਂਕਿ ਆਲ ਆਫ ਦਾ ਸਡਨ ਤੁਹਾਨੂੰ ਇਸ ਇਲੈਕਸ਼ਨ ਵਾਸਤੇ ਤਿਆਰ ਹੋਣਾ ਪਿਆ, ਅੱਗੇ ਆਉਣਾ ਪਿਆ, ਔਰ ਹੁਣ 10 ਮਈ ਨੂੰ ਚੋਣ ਹੈ। ਇਹ ਘਟਨਾਕ੍ਰਮ ਸਾਰੀ ਦੁਨੀਆ ਨੇ ਦੇਖਿਆ ਜੀ। ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜੀ ਸਾਡੇ ਪਰਿਵਾਰ ਨੂੰ ਵੀ, ਸਾਡੀ ਪਾਰਟੀ ਲਈ ਵੀ। ਔਰ ਇਹਦੀ ਇੰਨੀ ਤੇਜ਼ੀ ਨਾਲ ਇਹਦੇ ਵਿੱਚ ਇੱਕ ਪੜਾਅ ਤੋਂ ਅਗਲੇ ਪੜਾਅ ਜਾਣਾ ਪੈ ਰਿਹਾ ਹੈ, ਜੋ ਕਿ ਮੈਂ ਮਹਿਸੂਸ ਕਰਦੀ ਹਾਂ ਕਿ ਇੱਕ ਨਾਰਮਲ ਹਿਊਮਨ ਬੀਇੰਗ ਲਈ, ਇੱਕ ਨਾਰਮਲ ਬੰਦੇ ਵਾਸਤੇ ਥੋੜ੍ਹੀ ਜਿਹੀ ਪ੍ਰੋਬਲਮ ਵੀ ਲੱਗ ਸਕਦੀ ਹੈ। ਪਰ ਸਿੰਸ ਮੈਂ ਇੱਕ ਸਿਆਸੀ ਪਰਿਵਾਰ ਨੂੰ ਤਾਲੁਕ ਰੱਖਦੀ ਹਾਂ ਅਤੇ ਜਲਦੀ ਇਸ ਦੁੱਖ 'ਚੋਂ ਉੱਭਰ ਕੇ ਸਾਡੇ ਪਰਿਵਾਰ, ਸਾਡੇ ਹਾਈ ਕਮਾਂਡ, ਸਾਡੀ ਸਮੁੱਚੀ ਕਾਂਗਰਸ ਜਮਾਤ ਨੇ ਸਾਨੂੰ ਇੰਨਾ ਹੌਸਲਾ ਬੰਨ੍ਹਿਆ ਹੈ ਕਿ ਅਸੀਂ ਉਸ ਦੁੱਖ ਨੂੰ ਇੱਕ ਪਾਸੇ ਰੱਖ ਕੇ ਅਸੀਂ ਅੱਗੇ ਤੁਰੇ। ਕਿਉਂਕਿ ਜਿਸ ਤਰੀਕੇ ਨਾਲ ਸੰਤੋਖ ਸਿੰਘ ਚੌਧਰੀ ਉਹਨਾਂ ਦੀ ਗੱਲ ਕਰ ਲਈਏ ਤਾਂ ਐਕਟਿਵ ਪੋਲੀਟਿਕਸ ਦੇ ਵਿੱਚ ਸੀਗੇ, ਔਰ ਜਿਸ ਤਰੀਕੇ ਨਾਲ ਤੁਹਾਡੀ ਅਸੀਂ ਗੱਲ ਕਰੀਏ, ਸ਼ਾਇਦ ਹਲਕੇ ਨੂੰ ਪਤਾ ਹੋਊਗਾ, ਹਲਕੇ ਦੇ ਵਿੱਚ ਤੁਸੀਂ ਵਿਚਰਦੇ ਵੀ ਹੋਵੋਗੇ, ਪਰ ਜੇ ਓਵਰਆਲ ਅਸੀਂ ਪੰਜਾਬ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਨੈਸ਼ਨਲ ਪੋਲੀਟਿਕਸ ਦੇ ਵਿੱਚ ਗੱਲ ਕਰ ਲਈਏ ਤਾਂ ਸ਼ਾਇਦ ਬਹੁਤਿਆਂ ਨੇ ਤੁਹਾਡੇ ਬਾਰੇ ਅਜੇ ਸਮਝਿਆ ਨਹੀਂ ਹੋਊਗਾ, ਤੁਹਾਨੂੰ ਜਾਣਿਆ ਨਹੀਂ ਹੋਊਗਾ। ਕੀ ਤੁਸੀਂ ਐਕਟਿਵ ਪੋਲੀਟਿਕਸ ਦੇ ਵਿੱਚ ਇੰਟਰਸਟ ਰੱਖਦੇ ਸੀਗੇ? ਇਹਨਾਂ ਚੀਜ਼ਾਂ ਦੇ ਵਿੱਚ ਤੁਹਾਡੀ ਰੁਚੀ ਰਹਿੰਦੀ ਸੀਗੀ? ਸਿਆਸਤ ਦੇ ਵਿੱਚ ਤੁਹਾਡਾ ਧਿਆਨ ਰਹਿੰਦਾ ਸੀਗਾ? ਮੇਰਾ ਜਿਹੜਾ ਆਪਣਾ ਪਰਸਨਲ ਮੇਰੀ ਲਾਈਫ ਹੈ ਨਾ ਜੀ, ਮੈਂ ਆਪਣੀ ਪਰਸਨਲ ਜ਼ਿੰਦਗੀ ਜਿਹੜੀ ਹੈ ਇੱਕ ਐਜੂਕੇਸ਼ਨਿਸਟ ਵਾਂਗੂ ਇੱਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕੀਤੀ ਹੋਈ ਸੀ ਔਰ ਕੀਤੀ ਹੋਈ ਹੈ। ਔਰ ਬੜਾ ਸੁਭਾਗਾ ਰਿਹਾ ਮੇਰਾ ਜੀਵਨ ਕਿ ਮੈਂ ਬਹੁਤ ਛੋਟੀ ਉਮਰੇ ਪ੍ਰੋਫੈਸਰ ਬਣ ਗਈ ਔਰ ਇੱਕ ਲੰਬਾ ਅਰਸਾ ਮੈਂ ਆਪਣੀ ਕਾਲਜ ਲਾਈਫ ਦੇ ਵਿੱਚ ਬਤੌਰ ਪ੍ਰੋਫੈਸਰ, ਬਤੌਰ HOD, ਬਤੌਰ ਪ੍ਰਿੰਸੀਪਲ ਔਰ ਫਿਰ ਅਲਟੀਮੇਟਲੀ ਬਤੌਰ ਡਾਇਰੈਕਟਰ ਕਾਲਜਸ ਪੰਜਾਬ ਮੈਂ 2011 'ਚ ਰਿਟਾਇਰ ਹੋਈ ਜੀ। ਜਿੱਥੇ 1976 ਦੀ ਗੱਲ ਹੈ, ਉਸੇ ਹੀ ਸਾਲ 'ਚ ਮੈਂ ਇਸ ਘਰ ਆਈ ਸੀ ਔਰ ਉਸੇ ਸਾਲ 'ਚ ਹੀ ਮੇਰੀ ਸਰਕਾਰੀ ਨੌਕਰੀ ਲੱਗੀ ਸੀ ਜੀ। ਸੋ ਮੇਰੇ ਵਾਸਤੇ, ਕਿਉਂਕਿ ਪ੍ਰੀਵੀਅਸਲੀ ਵੀ ਮੈਂ 2 ਸਾਲ ਕੰਮ ਕੀਤਾ ਸੀ ਪ੍ਰਾਈਵੇਟ ਕਾਲਜ ਦੇ ਵਿੱਚ, ਤਾਂ ਮੈਨੂੰ ਸਿਆਸਤ 'ਚ ਆਉਣ ਦੇ ਨਾਲ ਹੀ ਇੱਕ ਕਹਿ ਲਓ ਵੀ ਲੈਸਨਸ ਜਿਹੜੇ ਨੇ ਮੈਨੂੰ ਇੱਕ ਮੇਰਾ ਅਧਿਆਇ ਨਾਲ ਹੀ ਨਾਲ ਸ਼ੁਰੂ ਹੋ ਗਿਆ ਕਿ ਮੈਂ ਜਿੱਥੇ ਆਪਣਾ ਐਜੂਕੇਸ਼ਨ, ਸਿੱਖਿਆ ਨੂੰ ਸਮਾਂ ਦੇ ਰਹੀ ਸੀ, ਉੱਥੇ ਘਰ ਦੇ ਵਿੱਚ ਮੇਰਾ ਮਾਹੌਲ ਜਿਹੜਾ ਸੀ ਉਹ ਸਿਆਸਤ ਸੀ। ਸੋ ਮੇਰੇ ਵਾਸਤੇ ਇਹ ਦੋਨੋਂ ਚੀਜ਼ਾਂ ਬਾਏ ਐਂਡ ਬਾਏ ਨਾਲ ਚੱਲਣ ਲੱਗ ਗਈਆਂ। ਕਿਉਂਕਿ ਸੰਤੋਖ ਸਿੰਘ ਚੌਧਰੀ ਹੋਣੀ ਤਾਂ ਐਕਟਿਵ ਪੋਲੀਟਿਕਸ ਦੇ ਵਿੱਚ ਸੀ, ਫਿਰ ਅੱਗੋਂ ਵਿਕਰਮ ਚੌਧਰੀ ਹੋਣੀ ਵੀ ਉਸੀ ਰਾਹ ਦੇ ਉੱਤੇ ਰਹੇ ਔਰ ਜਿੱਤ ਵੀ ਹਾਸਲ ਕੀਤੀ, ਤਾਂ ਪਰਿਵਾਰ ਦੇ ਵਿੱਚ ਹੀ ਸਿਆਸਤ ਦੀਆਂ ਗੱਲਾਂ ਤਾਂ ਜਿਹੜੀਆਂ ਸੀ ਉਹ ਫਿਰ ਤੁਹਾਡੇ ਆਮ ਹੀ ਚੱਲਦੀਆਂ ਰਹਿੰਦੀਆਂ। ਹਾਂਜੀ, ਸਿਰਫ ਚੌਧਰੀ ਸਾਹਿਬ ਜੀ ਤੋਂ ਨਹੀਂ, ਬਲਕਿ ਸਾਡੇ ਜੋ ਸਾਡਾ ਪਰਿਵਾਰ ਹੈ ਉਹ ਸਾਡੇ ਬਜ਼ੁਰਗ ਲੇਟ ਮਾਸਟਰ ਗੁਰਬੰਤਾ ਸਿੰਘ ਜੀ ਨੇ ਆਪਣੀ ਪਹਿਲੀ ਜਿਹੜੀ ਇਲੈਕਸ਼ਨ ਉਹ 35 'ਚ ਲੜੀ ਸੀ ਜੀ, 1935 ਦੇ ਵਿੱਚ। ਅਤੇ ਆਪਣਾ ਸਿਆਸੀ ਸਫ਼ਰ ਉਹਨਾਂ ਨੇ ਕਰੀਬ 1926 'ਚ ਸ਼ੁਰੂ ਕਰ ਲਿਆ ਸੀ। ਅਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਪਰਿਵਾਰ ਨੂੰ ਤਾਂ ਆਲਮੋਸਟ 2-3 ਸਾਲ ਨੂੰ ਇੱਕ ਸਦੀ ਹੋ ਜਾਣੀ ਹੈ ਜੀ। ਅਤੇ ਮੇਰਾ ਇਸ ਪਰਿਵਾਰ ਦੇ ਵਿੱਚ 46 ਸਾਲ ਇਹ ਲੈਸਨ ਵੀ ਹੋਏਗਾ ਔਰ ਇਹ ਮੇਰਾ ਇੱਕ ਤਜਰਬਾ ਵੀ ਹੋਏਗਾ। ਅਤੇ ਉਹਨਾਂ ਤਜਰਬਿਆਂ ਦੇ ਵਿੱਚੋਂ ਹੁਣ ਕੀ ਚੀਜ਼ਾਂ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ? ਕੀ ਲੋਕਾਂ ਦੇ ਨਾਲ ਤੁਸੀਂ ਵਾਅਦੇ ਕਰ ਰਹੇ ਹੋ? ਕਿਉਂਕਿ ਹਾਲਾਂਕਿ ਸਮਾਂ ਬਹੁਤ ਘੱਟ ਹੈ, ਅੱਗੇ ਫਿਰ 24 ਦੀਆਂ ਚੋਣਾਂ ਵੀ ਨੇ। ਇੱਕ ਤਰੀਕੇ ਦੇ ਨਾਲ ਇਸ ਨੂੰ ਆਪਾਂ 4.5 ਸਾਲਾਂ ਦਾ ਹੀ ਰਿਪੋਰਟ ਕਾਰਡ ਕਹਿ ਸਕਦੇ ਹਾਂ ਕਿ ਦੁਬਾਰਾ ਫਿਰ ਲੋਕਾਂ ਦੇ ਵਿੱਚ ਜਾ ਕੇ ਪੇਸ਼ ਹੋਣਾ ਹੈ ਔਰ ਲੋਕਾਂ ਤੋਂ ਉਸ ਦਾ ਜਿਹੜਾ ਹੈ ਮੰਗਣਾ ਹੈ। ਤਾਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਕੀ ਚੀਜ਼ਾਂ ਰੱਖ ਰਹੇ ਹੋ, ਖਾਸ ਤੌਰ ਦੇ ਉੱਤੇ ਸੰਤੋਖ ਸਿੰਘ ਚੌਧਰੀ ਵੱਲੋਂ ਕੀਤੇ ਹੋਏ ਕੰਮਾਂ ਦੀਆਂ? ਇਸ ਤਰ੍ਹਾਂ ਹੈ ਜੀ ਕਿ 4.5 ਸਾਲ ਤੋਂ ਆਲਮੋਸਟ ਹੋ ਹੀ ਚੁੱਕੇ ਸੀਗੇ ਔਰ ਚੌਧਰੀ ਸਾਹਿਬ ਔਰ ਅਸੀਂ, ਛੋਟਾ ਜਿਹਾ ਪਰਿਵਾਰ ਹੈ ਸਾਡਾ, ਅਸੀਂ
ਪਹਿਲਾਂ ਹੀ ਤਿਆਰੀ 'ਚ ਸੀਗੇ ਕਿ ਅਸੀਂ 24 ਦੀ ਤਿਆਰੀ ਕਰਨੀ ਸ਼ੁਰੂ, ਕਿਉਂਕਿ ਕਾਫੀ ਵੱਡਾ ਹਲਕਾ ਹੈ ਸਾਡੇ। ਸਾਰੇ 13 ਹਲਕਿਆਂ ਦੇ ਵਿੱਚ 9 ਕੌਂਸਟੀਚੁਐਂਸੀਜ਼ ਆਉਂਦੀਆਂ, ਤੁਸੀਂ ਜਾਣਦੇ ਹੋ। ਔਰ 9 ਕੌਂਸਟੀਚੁਐਂਸੀਜ਼ ਦੇ ਵਿੱਚ ਸਭ 'ਚ ਆਪਣਾ ਜਿਹੜਾ ਹੈਗਾ ਪ੍ਰਭਾਵ ਰੱਖਣਾ। ਔਰ ਕਿਉਂਕਿ ਚੌਧਰੀ ਸਾਹਿਬ ਦਾ ਅਣਥੱਕ ਮਿਹਨਤ, ਉਹ ਇੱਕ ਅੱਛੀ ਭਾਰੀ ਇੱਕ ਵੇਵ ਦੇ ਵਿੱਚ ਹੀ 14 ਵਿੱਚ ਜਿੱਤ ਕੇ ਆਏ ਜੀ, ਬਤੌਰ MP ਦੀ ਮੈਂ ਗੱਲ ਕਰ ਰਹੀ ਹਾਂ। ਔਰ ਉਸ ਤੋਂ ਬਾਅਦ 19 'ਚ ਵੀ ਜੀ। ਅਤੇ ਅਸੀਂ ਹੁਣ ਅਗਲੀ ਦੀ ਤਾਂ ਤਿਆਰੀ ਕਰ ਹੀ ਰਹੇ ਸੀ, ਜਦ ਕਿ ਇਹ ਮੰਦਭਾਗੀ ਘਟਨਾ ਘਟ ਗਈ। ਅਤੇ ਤਿਆਰੀ ਤਾਂ ਅਸੀਂ ਤਿੰਨੋਂ ਜੀ ਬੈਠ ਕੇ ਕਰ ਹੀ ਰਹੇ ਸੀ। ਹਾਂ, ਇਹ ਦੁੱਖ ਦੀ ਗੱਲ ਹੈ ਕਿ ਸਾਡੇ ਇਸ ਸੰਘਰਸ਼ 'ਚ ਜਿੱਥੇ ਉਹਨਾਂ ਦੀ ਆਤਮਾ ਸਾਡੇ ਨਾਲ ਹੈ, ਉਹਨਾਂ ਦਾ ਜਿਹੜਾ ਆਦਰਸ਼ ਸਾਡੇ ਨਾਲ ਹਨ, ਪਰ ਅਸੀਂ ਉਸੇ ਗਸਟੋ ਨਾਲ, ਉਸੇ ਹੀ ਜੋਸ਼ ਨਾਲ, ਠਰੰਮੇ ਨਾਲ ਉਹਨਾਂ ਦੇ ਵਿਚਾਰਧਾਰਾ, ਕਾਂਗਰਸ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਤੁਰੇ ਹੋਏ ਹਾਂ ਜੀ। ਅਤੇ ਮੈਨੂੰ ਇਹਦੇ 'ਚ ਕੋਈ ਦਿੱਕਤ ਪੇਸ਼ ਨਹੀਂ ਆ ਰਹੀ। ਮੈਂ ਇਹੀ ਲੈ ਕੇ ਆਪਣੇ ਜਲੰਧਰ ਵਾਸੀਆਂ ਅੱਗੇ ਹੋਵਾਂਗੇ, ਜਿਨ੍ਹਾਂ ਲਈ ਸਾਡਾ ਪਰਿਵਾਰ ਨਵਾਂ ਨਹੀਂ ਹੈ ਜੀ। ਵੱਡੀ ਕੌਂਸਟੀਚੁਐਂਸੀ ਹੈ 9, ਤੁਸੀਂ ਹਲਕਿਆਂ ਦਾ ਵੀ ਜ਼ਿਕਰ ਕੀਤਾ, ਹਾਲਾਂਕਿ 5 ਕਾਂਗਰਸ ਦੇ ਕੋਲ ਹੀ ਨੇ ਜੀ। ਇਸ ਪੂਰੇ ਝੱਖੜ ਦੇ ਵਿੱਚੋਂ ਵੀ ਇਹ 5 ਸੀਟਾਂ ਕੱਢਣੀਆਂ ਕਾਂਗਰਸ ਵਾਸਤੇ ਵੀ, ਔਰ ਦੁਆਬੇ ਦੇ ਵਿੱਚੋਂ ਇੱਕ ਵੱਡੀ ਇਹ ਉਪਲਬਧੀ ਸੀਗੀ ਜੀ। ਤਾਂ ਲੱਗਦਾ ਕਿ ਇਹ ਫੈਕਟਰ ਤੁਹਾਡੇ ਵਾਸਤੇ ਫੇਵਰੇਬਲ ਰਹੂਗਾ, ਜਿੱਥੇ ਇਸ ਵਾਰ, ਕਿਉਂਕਿ ਅਕਸਰ ਕਿਹਾ ਜਾਂਦਾ ਬਾਈ ਇਲੈਕਸ਼ਨ ਜਿਤਨੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਸ ਤੋਂ ਔਖੀ ਹੁੰਦੀ ਹੈ, ਤਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ, ਤਾਂ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਤੁਹਾਨੂੰ ਇਹ 5 ਸੀਟਾਂ ਦਾ ਔਰ ਬਾਕੀ ਰਿਮੇਨਿੰਗ 4 ਆਮ ਆਦਮੀ ਪਾਰਟੀ ਜਿਹੜੀ ਸੀਟਾਂ ਨੇ ਉਸਦਾ ਤੁਹਾਨੂੰ ਅਸਰ ਲੱਗਦਾ ਹੈ? ਇਸ ਤਰ੍ਹਾਂ ਹੈ ਜੀ, ਤੁਸੀਂ 5 ਦਾ ਜ਼ਿਕਰ ਕੀਤਾ ਜੀ, ਬਾਕੀ ਵੀ ਸਾਡੇ ਜਿਹੜੇ ਕੁਛ ਵੋਟਾਂ ਤੋਂ ਰਹਿ ਗਏ ਨੇ ਨਾ ਜੀ, ਉਹ ਵੀ ਸਾਡੇ MLAs ਬੜੇ ਥਿਨ ਮਾਰਜਨ ਨਾਲ ਉਹਨਾਂ ਨੇ ਲੂਜ਼ ਕੀਤਾ। ਅਤੇ ਮੈਂ ਮਹਿਸੂਸ ਕਰਦੀ ਹਾਂ ਕਿ 9 ਦੇ ਵਿੱਚੋਂ ਇੱਕ ਤਾਂ ਸਾਡੇ ਮੇਰੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਕੋਲ ਹੀ ਹੈ। ਲੇਕਿਨ ਮੇਰੇ ਵਾਸਤੇ ਇਹ ਸਾਰੇ 9 ਦੇ 9 ਜਿਹੜੇ ਸੈਗਮੈਂਟਸ ਨੇ, ਮੇਰੇ ਲਈ ਹੈਨਰੀ ਬਾਵਾ ਵੀ ਵਿਕਰਮ ਹੈ, ਮੇਰੇ ਲਈ ਕੋਟਲੀ ਜੀ ਵੀ ਵਿਕਰਮ ਹੈ, ਮੇਰੇ ਲਈ ਰਿੰਕੂ ਵੀ ਵਿਕਰਮ ਹੈ, ਮੇਰੇ ਲਈ ਸਾਰੇ ਜਣੇ ਇੱਕ ਪਰਿਵਾਰ ਆ ਜੀ। ਅਤੇ ਇਹਨਾਂ ਕੋਲ ਜਾ ਕੇ ਜਾਂ ਇਹਨਾਂ ਦਾ ਮੇਰੇ ਕੋਲ ਆ ਕੇ ਵਾਲੀ ਤਾਂ ਇੱਕ ਕਨਿਸ਼ਟਤਾ, ਇੱਕ ਰਿਸ਼ਤਾ ਹੈ, ਜਿਹਦੇ 'ਚ ਸਾਡੇ ਕੁਛ ਕੋਈ ਐਸਾ ਹੈ ਹੀ ਨਹੀਂ ਕਿ ਅਸੀਂ ਕੋਈ ਚੀਜ਼ ਜਿਹੜੀ ਹੈ ਡਿਸਕਸ ਕਰ ਲੈਣੀ ਔਰ ਸਾਡੇ ਵਾਸਤੇ ਅਸੀਂ ਇਸੇ ਤਰ੍ਹਾਂ ਚੱਲੇ ਅੱਗੇ ਵੀ। ਔਰ ਸਾਨੂੰ ਇਸ ਗੱਲ 'ਤੇ ਪੂਰਾ ਮਾਣ ਹੈ ਕਿ ਸਾਡਾ ਸਾਰਾ ਇਹ ਕੁਨਬਾ ਸਾਡਾ ਇਕਜੁੱਟ ਹੈ। ਜਿਸ ਤਰ੍ਹਾਂ ਅੱਗੇ ਇਹਨਾਂ ਨੇ ਆਪਣੇ ਉਸ ਹਾਲਾਤਾਂ ਦੇ ਵਿੱਚ ਵੀ ਸੀਟਾਂ ਆਪਣੀਆਂ ਕੱਢੀਆਂ ਨੇ, ਅਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਸਾਡਾ ਏਕਾ ਵੀ ਕੰਮ ਕਰੇਗਾ। ਕਿਉਂਕਿ ਕਿਤੇ ਨਾ ਕਿਤੇ ਮੈਮ ਇੱਕ ਇਹ ਵੀ ਚੀਜ਼ ਹੈ, ਔਰ ਇੱਕ ਨੈਸ਼ਨਲ ਪੋਲੀਟਿਕਸ ਦੇ ਵਿੱਚ ਵੀ ਇਹ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਾਂਗਰਸ ਜਿਹੜੀ ਹੈ ਉਹ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ। ਫਿਰ ਉਹ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਤੁਹਾਡੇ ਵੀ ਜਾਣਕਾਰ ਹੋਣਗੇ, ਉਹ ਲੀਡਰ ਜਿਹੜੇ ਕਿਸੇ ਟਾਈਮ ਕਾਂਗਰਸ ਦੇ ਵਿੱਚ ਹੁੰਦੇ ਸੀਗੇ, ਕਾਂਗਰਸ ਦੇ ਨਾਲ ਹੁੰਦੇ ਸੀਗੇ, ਉਹ ਹੁਣ ਛੱਡ ਕੇ ਭਾਜਪਾ ਦੇ ਵਿੱਚ ਚਲੇ ਜਾ ਚੁੱਕੇ ਨੇ। ਕਾਂਗਰਸ ਦੀ ਮਜ਼ਬੂਤੀ, ਕਾਂਗਰਸ ਦਾ ਇਸ ਵੇਲੇ ਦਾ ਜੋ ਹਾਲਾਤ ਨੇ, ਉਹਨਾਂ ਨੂੰ ਕਿਵੇਂ ਫਿਰ ਤੁਸੀਂ ਐਨਾਲਾਈਜ਼ ਕਰਦੇ? ਤੁਸੀਂ ਪਰਸੈਪਸ਼ਨ ਦੀ ਵਰਡ ਕੀਤੇ ਜੀ। ਪਰਸੈਪਸ਼ਨ ਦਾ ਮਤਲਬ ਕ੍ਰੀਏਟ ਕੀਤਾ ਜਾ ਰਿਹਾ ਨਾ ਜੀ, ਇੱਦਾਂ ਹੈ ਤਾਂ ਨਹੀਂ ਹੈ। ਔਰ ਜਿਹੜੇ ਲੋਕ ਕਿਸੇ ਵੀ ਆਪਣੇ ਨਿੱਜੀ ਕਾਰਨਾਂ ਕਰਕੇ ਪਾਰਟੀ ਨੂੰ ਛੱਡ ਵੀ ਗਏ, ਬਹੁਤ ਲੋਕ ਤਾਂ ਵਾਪਸ ਆ ਜਾਂਦੇ ਨੇ। ਅਤੇ ਮੈਂ ਮਹਿਸੂਸ ਕਰਦੀ ਹਾਂ ਕਿ ਇੱਕ ਵਿਚਾਰਧਾਰਾ ਨਾਲ ਲੰਬੇ ਅਰਸੇ ਜਿਹੜਾ ਕੋਈ ਵੀ ਵਿਧਾਇਕ ਜੁੜਿਆ ਹੈ, ਜਾਂ ਕੋਈ ਵਰਕਰ ਵੀ, ਮੇਰੇ ਵਰਗਾ ਜਿਹੜਾ ਇੱਕ ਸਮੋਲੈਸਟ ਵਰਕਰ ਹੈ, ਉਹ ਵੀ ਜੁੜਿਆ ਹੋਇਆ ਹੈ, ਤਾਂ ਇੱਕ ਵਿਚਾਰਧਾਰਾ ਨੂੰ ਅੱਗੇ ਰੱਖ ਕੇ ਜਾਂਦਾ ਹੈ ਕਿ ਵਿਅਕਤੀਗਤ ਲੈਵਲ ਦਾ ਜਿਹੜਾ ਜਾਂ ਆਪਣੇ ਇੱਕ ਕੁਟੁੰਬ ਦਾ ਐਸਾ ਕੋਈ ਨਹੀਂ ਹੁੰਦਾ। ਤੁਸੀਂ ਜਿਹੜੀ ਪਾਰਟੀ ਨਾਲ ਲੱਗੇ ਹੋ ਉਸ ਦੀ ਵਿਚਾਰਧਾਰਾ ਤੁਹਾਨੂੰ ਤੋਰਦੀ ਹੈ ਅੱਗੇ। ਅਤੇ ਜੇ ਤੁਸੀਂ ਇੱਕ ਲੰਬਾ ਅਰਸਾ ਵਿਚਾਰਧਾਰਾ ਦੇ ਨਾਲ ਜੁੜ ਕੇ ਕੰਮ ਕਰਦੇ ਹੋ, ਉੱਥੋਂ ਉਹਨਾਂ ਤੁਹਾਨੂੰ ਖਿਆਤੀ ਵੀ ਮਿਲਦੀ ਹੈ, ਔਰ ਤੁਹਾਨੂੰ ਸੁਰੱਖਿਅਨ ਵੀ, ਤੁਹਾਨੂੰ ਨਾਮ ਵੀ ਤੁਹਾਨੂੰ ਮਿਲਦਾ ਹੈ। ਸੋ ਇਹ ਸਾਰਾ ਕੁਝ ਤੋਂ ਬਾਅਦ ਜੇ ਤੁਸੀਂ ਛੱਡਦੇ ਹੋ ਤਾਂ ਇਹ ਪਰਸੈਪਸ਼ਨ ਉਹਨਾਂ ਵਾਸਤੇ ਪ੍ਰੋਬਲਮ ਹੋਏਗਾ ਜੀ, ਜਿਹੜੇ ਛੱਡ ਕੇ ਜਾਂਦੇ ਨੇ। ਅਤੇ ਤੁਹਾਨੂੰ ਤਾਂ ਮੈਂ ਪਹਿਲਾਂ ਹੀ ਦੱਸਿਆ ਕਿ ਜੀ ਸਾਡੀ ਤਾਂ ਪਾਰਟੀ ਇੱਕ ਦੇ ਨਾਲ ਅਸੀਂ ਜੁੜੇ ਹੋਏ ਹਾਂ, ਅਤੇ ਅਸੀਂ 100 ਸਾਲ ਕਰਨ ਜਾ ਰਹੇ ਹਾਂ ਪੂਰੇ। ਅਤੇ ਇਹਦੇ ਵਿੱਚ ਕੋਈ ਪਰਸੈਪਸ਼ਨ ਬਣਾਵੇ ਅਤੇ ਦੁਨੀਆ ਸਭ ਜਾਣਦੀ ਹੈ ਕਿ ਕੌਣ ਹੈ ਔਰ ਕੌਣ ਕੀ ਕਰ ਰਿਹਾ ਹੈ। ਮੈਂ ਇੱਕ ਚੀਜ਼ ਦਾ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗਾ, ਕਿਉਂਕਿ ਸੰਤੋਖ ਸਿੰਘ ਚੌਧਰੀ ਉਹਨਾਂ ਦੀ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਉਹ MP ਰਹੇ, ਲੰਬਾ ਸਮਾਂ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ,
ਤਾਂ ਕਿਹੜੇ ਇਹੋ ਜਿਹੇ ਕੰਮ ਹੈ ਜਿਹੜੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ? ਕੁਝ ਇਹੋ ਜਿਹੀ ਮੇਨ ਚੀਜ਼ਾਂ ਜਿਹੜੀਆਂ ਉਹਨਾਂ ਨੇ ਜਲੰਧਰ ਵਾਸਤੇ ਕੀਤੀਆਂ ਹੁਣ, ਜਿਹੜੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਗਿਣਾ ਸਕਦੇ ਹੋ ਕਿ ਹਾਂ ਦੇਖੋ ਆਹ ਚੀਜ਼ ਸੰਤੋਖ ਸਿੰਘ ਚੌਧਰੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਸੀਗੀਆਂ? ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣਾ ਚਾਹਾਂਗੀ ਕਿ ਚੌਧਰੀ ਸਾਹਿਬ 14 ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਉਹ ਕੈਬਨਿਟ ਮਿਨਿਸਟਰ ਰਹੇ ਨੇ 2 ਵਾਰ ਪੰਜਾਬ ਗਵਰਨਮੈਂਟ ਦੇ ਵਿੱਚ, ਔਰ ਲੰਬਾ ਅਰਸਾ ਉਹਨਾਂ ਨੇ ਕਾਂਗਰਸ ਦੀ ਔਰ ਕਾਂਗਰਸ ਪਾਰਟੀ ਦੀ ਜਿਹੜੀ ਹੈ ਸੇਵਾ ਵੀ ਕੀਤੀ, ਔਰ ਕੈਬਨਿਟ 'ਚ ਰਹਿ ਕੇ ਵੀ ਵੱਖ-ਵੱਖ ਪੋਰਟਫੋਲੀਓਜ਼ 'ਤੇ ਕੰਮ ਕੀਤਾ ਹੈ। ਅਤੇ ਮੈਂ ਉਹਨਾਂ ਨੂੰ ਓਬਜ਼ਰਵ ਤਾਂ ਕਰਦੀ ਸੀਗੀ, ਦੇਖਦੇ ਵੀ ਹਰ ਜੋ ਵੀ ਕੋਈ ਸਾਡੇ ਕੋਲ ਪੋਰਟਫੋਲੀਓ ਹੁੰਦਾ ਸੀ ਉਹਦੇ 'ਤੇ ਕਿੰਨਾ ਕੰਮ ਕਰ, ਚਾਹੇ ਉਹ ਕੋਈ ਵੀ ਪੋਰਟਫੋਲੀਓ ਹੁੰਦਾ, ਲੇਕਿਨ ਹਰ ਚੀਜ਼ ਦੀ ਤਹਿ ਤੱਕ ਜਾ ਕੇ ਉਹਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਸਮਝਣਾ ਔਰ ਫਿਰ ਉਹਦੇ ਲਈ ਕੋਈ ਪਰਮਾਨੈਂਟ ਇਲਾਜ ਲੱਭ ਕੇ ਉਹਦਾ ਨਿਜਾਤ ਕਰਨ ਦੀ ਕੋਸ਼ਿਸ਼ ਕਰਨੀ। ਲੇਕਿਨ 14 ਤੋਂ ਲੈ ਕੇ ਹੁਣ ਤੱਕ ਉਹ ਇੱਕ ਆਪੋਜੀਸ਼ਨ ਦੇ MP ਰਹੇ ਨੇ, ਬਾਵਜੂਦ ਇਸ 'ਤੇ ਵੀ ਫਿਰ ਉਹਨਾਂ ਨੇ ਚਾਹੇ ਉਹ ਆਦਮਪੁਰ ਦਾ ਏਅਰਪੋਰਟ ਬਣਾਉਣਾ ਹੋਇਆ ਜੀ, ਚਾਹੇ ਜਲੰਧਰ ਨੂੰ ਸਮਾਰਟ ਸਿਟੀ 'ਚ ਲੈ ਕੇ ਆਉਣਾ ਹੋਇਆ ਜੀ, ਜਿੰਨੇ ਸਾਡੇ ਰੇਲਵੇ ਸਟੇਸ਼ਨਸ ਆ ਉਹਨਾਂ ਦਾ ਆਧੁਨਿਕੀਕਰਨ ਕਰਨਾ ਜੀ, ਫਿਰ ਕੋਵਿਡ ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਹੈਲਥ ਨਾਲ ਕੰਸਰਨਿੰਗ ਚੀਜ਼ਾਂ ਸਨ, ਚਾਹੇ ਉਹ ਐਂਬੂਲੈਂਸਿਸ ਸੀਗੀਆਂ, ਚਾਹੇ ਉਹ ਪਲੇਟਲੈਟਸ ਦੀਆਂ ਮਸ਼ੀਨਾਂ ਸਨ, ਚਾਹੇ ਉਹ ਕੋਵਿਡ ਦੇ ਟੈਸਟ ਸੀਗੇ, ਉਹ ਖੁਦ ਇਨਵੋਲਵ ਹੋ ਕੇ ਹਰ ਚੀਜ਼ ਦੀ ਤਹਿ ਤੱਕ ਜਾਂਦੇ ਸੀ। ਅਤੇ ਐਜੂਕੇਸ਼ਨ ਤਾਂ ਮੇਰੇ ਸਹੁਰਾ ਸਾਹਿਬ ਮਾਨਨੀय ਸਾਡੇ ਲੇਟ ਮਾਸਟਰ ਗੁਰਬੰਤਾ ਸਿੰਘ ਜੀ, ਉਹਨਾਂ ਦਾ ਤਾਂ ਨਾਮ ਹੀ ਅੱਜ ਵੀ ਮਾਸਟਰ ਜੀ ਨਾਲ ਜਾਣਿਆ ਜਾਂਦਾ ਹੈ। ਸੋ ਮੈਂ ਮਹਿਸੂਸ ਕਰਦੀ ਹਾਂ ਕਿ ਐਜੂਕੇਸ਼ਨ, ਹੈਲਥ ਐਂਡ ਆਪਣੀ ਜਿਹੜੀ ਕਮਿਊਨਿਟੀ, ਸਾਡੀ ਦਲਿਤ ਕਮਿਊਨਿਟੀ ਦੀਆਂ ਜੋ ਪਰੇਸ਼ਾਨੀਆਂ ਨੇ, ਉਹਨਾਂ ਨੂੰ ਸਾਡਾ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਉਹਦੇ ਲਈ ਸੰਘਰਸ਼ਮਈ ਹੈ। ਔਰ ਮੈਂ ਚਾਹਾਂਗੀ ਕਿ ਇਹ ਬਹੁਤ ਕੰਮ ਹੈ, ਜੇ ਇਹਦੇ ਉੱਤੇ ਧਿਆਨ ਨਾਲ ਕੰਮ ਕੀਤਾ ਜਾਵੇ ਅਤੇ ਇਹ ਬਹੁਤ ਬੜਾ ਏਰੀਨਾ ਹੈ ਜਿਹੜਾ ਮੈਂ ਮਹਿਸੂਸ ਕਰਦੀ ਕਿ ਮੈਨੂੰ ਵਿਰਸੇ 'ਚ ਮਿਲਿਆ ਔਰ ਮੈਂ ਉਹਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂ। ਮੈਮ, ਦਲਿਤ ਕਮਿਊਨਿਟੀ ਦਾ ਤੁਸੀਂ ਜ਼ਿਕਰ ਕੀਤਾ ਔਰ ਦਲਿਤ ਫੈਕਟਰ ਜਲੰਧਰ ਸੀਟ ਦੇ ਉੱਤੇ ਬਹੁਤ ਹਾਵੀ ਰਹਿੰਦਾ ਹੈਗਾ। ਹਰ ਕੋਈ ਸਿਆਸੀ ਪਾਰਟੀਆਂ ਕੋਸ਼ਿਸ਼ ਕਰਦੀਆਂ ਕਿ ਅਸੀਂ ਆਪਣੇ ਆਪ ਨੂੰ, ਅਸੀਂ ਅਜਿਹਾ ਉਮੀਦਵਾਰ ਨੂੰ ਲੈ ਕੇ ਆਈਏ ਮੈਦਾਨ ਦੇ ਵਿੱਚ ਜਿਹੜਾ ਦਲਿਤਾਂ ਦੇ ਮੁੱਦੇ ਨੂੰ ਸਮਝਦਾ ਹੋਵੇ। ਆਮ ਆਦਮੀ ਪਾਰਟੀ ਇਸ ਵੇਲੇ ਜਿਸ ਤਰੀਕੇ ਦੇ ਨਾਲ ਪਰਫਾਰਮੈਂਸ ਆਪਣੀ ਕਰ ਰਹੀ ਹੈ ਔਰ ਹਾਲ ਦੇ ਵਿੱਚ ਸੱਚਖੰਡ ਬੱਲਾ ਵੀ ਜਾ ਕੇ ਆਏ ਨੇ, ਇੱਕ ਵੱਡੀ ਗ੍ਰਾਂਟ ਦਿੱਤੀ ਉਹਨਾਂ ਦੇ ਵੱਲੋਂ, ਕੀ ਲੱਗਦਾ ਇਹਨਾਂ ਫੈਕਟਰਸ ਦੇ ਨਾਲ ਤੁਹਾਨੂੰ ਆਪਣੀ ਸੀਟ ਦੇ ਉੱਤੇ ਕੋਈ ਚੀਜ਼ਾਂ ਪ੍ਰਭਾਵ ਪਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ? ਬਿਲਕੁਲ ਨਹੀਂ, ਕਿਉਂਕਿ ਸਾਡਾ ਪਰਿਵਾਰ ਤਾਂ ਉੱਥੇ ਜਦ ਇੱਕ ਕੁਟੀਆ ਸੀ ਜੀ, ਉਸ ਸਮੇਂ ਤੋਂ ਸਾਡਾ ਨਤਮਸਤਕ ਹੁੰਦਾ ਪਰਿਵਾਰ ਸਾਡਾ, ਔਰ ਸਾਰੀ ਦਲਿਤ ਕਮਿਊਨਿਟੀ ਉਸ ਜਗ੍ਹਾ ਨੂੰ ਪੂਜਦੀ ਹੈ ਜੀ। ਸਾਡੇ ਲੜੀਵਾਰ ਜਿੰਨੇ ਵੀ ਸਾਡੇ ਉੱਥੇ ਮਹਾਂਪੁਰਖ ਹੋਏ ਨੇ ਜੀ, ਉਹਨਾਂ ਨਾਲ ਸਾਡਾ ਪਰਿਵਾਰਕ ਸੰਬੰਧ ਵਾਂਗੂ ਸੀਗਾ ਜੀ। ਉਹ ਇਲੈਕਸ਼ਨਾਂ ਦੇ ਮੈਂ ਲਾਹਾ ਵਰਡ ਤਾਂ ਨਹੀਂ ਯੂਜ਼ ਕਰਨਾ ਚਾਹੁੰਦੀ, ਲੇਕਿਨ ਇਲੈਕਸ਼ਨਾਂ ਦੇ ਦੌਰਾਨ ਜਾਂ ਕਹਿ ਲਓ ਵੀ ਕੁਝ ਸਮੇਂ ਦੇ ਲਈ ਜਾ ਕੇ ਤੁਸੀਂ ਉਹਨੂੰ ਆਪਣੇ ਆਪ ਨੂੰ ਹਾਈਲਾਈਟ ਕਰਨਾ ਜਾਂ ਨੇੜਤਾ ਦੇਣਾ, ਦਿਖਾਉਣਾ, ਇਹ ਜੱਗ ਜ਼ਾਹਰ ਹੋ ਜਾਂਦਾ, ਦੁਨੀਆ ਦੇਖ ਰਹੀ ਹੁੰਦੀ ਹੈ ਜੀ। ਅਤੇ ਸਾਨੂੰ ਇਹਦੀ ਜ਼ਰੂਰਤ ਹੀ ਨਹੀਂ ਹੈ ਜੀ। ਔਰ ਬਾਕੀ ਪੈਸੇ, ਡੇਰੇ ਪੈਸੇ ਨਹੀਂ ਮੰਗਦੇ ਜੀ, ਕੋਈ ਪੈਸਾ ਡੇਰੇ ਪੈਸੇ ਨਹੀਂ ਮੰਗਦਾ ਕੋਈ ਵੀ ਡੇਰਾ। ਅਸੀਂ ਤਾਂ ਉੱਥੋਂ ਮੰਗੀਦਾ, ਉੱਥੇ ਦਿੰਦੀ ਨਹੀਂ ਅਸੀਂ। ਸੋ ਇਹ ਗੱਲ ਨਾਲ ਮੈਂ ਮੁਤਮਿਨ ਨਹੀਂ ਹੈ ਕਿ ਕੋਈ ਉੱਥੇ ਪੈਸੇ ਦਿੰਦਾ ਹੈ ਜੀ, ਕਿਉਂਕਿ ਜੇ ਇਹਦਾ ਕੁਛ ਵੀ ਹੋਇਆ ਹੈ ਔਰ ਉਹ ਪ੍ਰੈਸ ਬੜੀ ਆਪਣੀ ਅੱਜ ਕੱਲ੍ਹ ਸਮਾਰਟ ਹੈ, ਸਭ ਪਤਾ ਹੈ ਕਿ ਕੀ ਹੋ ਰਿਹਾ ਹੈ ਜੀ। ਓਪੋਜੀਸ਼ਨ ਦੇ ਵਿੱਚ ਆਪਣੇ ਕਿਸ ਨੂੰ ਵੇਖਦੇ ਹੈਗੇ ਹੋ? ਹਾਲਾਂਕਿ ਤੁਹਾਡੀ ਸੀਟ ਦਾ ਅਨਾਊਂਸਮੈਂਟ ਜਿਹੜੀ ਹੈ ਸਭ ਤੋਂ ਪਹਿਲਾਂ ਹੋਈ ਹੈ। ਬਾਕੀ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, BJP ਦੀ ਗੱਲ ਕਰ ਲਈਏ, ਕਿਉਂਕਿ ਇਸ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਉਹਨਾਂ ਨੇ ਜਿਹੜੀ ਹੈਗੀ ਹੈ ਇਹ ਚੋਣ ਲੜਨੀ ਹੈ। ਅਕਾਲੀ ਦਲ ਦੇ ਨਾਲ ਬਸਪਾ ਜ਼ਰੂਰ ਹੈਗੀ ਹੈ, ਬਸਪਾ ਵੀ ਇੱਥੇ ਇੱਕ ਆਪਣਾ ਵੱਡਾ ਹੋਲਡ ਰੱਖਦੀ ਹੈ। ਅਕਾਲੀ ਦਲ, BJP, ਬਸਪਾ, ਆਮ ਆਦਮੀ ਪਾਰਟੀ, ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਤੁਸੀਂ ਕਿਸ ਤਰੀਕੇ ਨਾਲ ਆਪਣਾ ਓਪੋਜੀਸ਼ਨ ਦੇਖਦੇ ਹੋ? ਮੈਂ ਆਪਣੇ ਹਾਰਡ ਵਰਕ 'ਤੇ ਡਿਪੈਂਡ ਕਰਦੀ ਹਾਂ ਜੀ, ਕਿਉਂਕਿ ਲੜਾਈ ਤਾਂ ਲੜਾਈ ਹੁੰਦੀ ਹੈ ਜੀ। ਯੁੱਧ ਦੇ ਮੈਦਾਨ 'ਚ ਤਾਂ ਸਾਰੇ ਬਰਾਬਰ ਹੋਣਗੇ, ਉਹ ਚਾਹੇ ਰੂਲਿੰਗ ਪਾਰਟੀ ਹੋਏਗੀ ਜੀ, ਚਾਹੇ ਉਹ ਸੈਂਟਰ ਦੀ ਰੂਲਿੰਗ ਪਾਰਟੀ ਦੇ ਨੁਮਾਇੰਦੇ ਹੋਣਗੇ ਨਾ ਜੀ, ਅਤੇ ਜਾਂ ਫਿਰ ਕਿਸੇ ਦਾ ਗੱਠ ਜੋੜ ਵਾਲੇ ਹੋਣਗੇ। ਅਤੇ ਮੈਂ ਮਹਿਸੂਸ ਕਰਦੀ ਹਾਂ ਕਿ ਤੁਹਾਡਾ ਇਹ 30 ਦਿਨਾਂ 'ਚ ਕੀਤਾ ਹੋਇਆ ਕੰਮ ਹੀ ਤੁਹਾਡੇ ਰਿਜ਼ਲਟ ਨੂੰ ਇਫੈਕਟ ਨਹੀਂ ਕਰਦਾ। ਤੁਹਾਡੇ ਪਰਿਵਾਰ ਦਾ ਜਿਹੜਾ
ਕੰਟਰੀਬਿਊਸ਼ਨ ਹੈ, ਤੁਹਾਡੀ ਦੇਣ ਹੈ, ਤੁਹਾਡਾ ਪਰਸਨਲ ਕਿਰਦਾਰ ਵੀ ਹੈ, ਔਰ ਤੁਹਾਡਾ ਆਪਣੀ ਸਮਾਜ ਔਰ ਆਪਣੇ ਪ੍ਰਾਂਤ ਨੂੰ ਔਰ ਆਪਣੀ ਪਾਰਟੀ ਦੇ ਪ੍ਰਤੀ ਵਫਾਦਾਰੀ ਜਿਹੜੀ ਹੈ ਇਹ ਵੀ ਬਹੁਤ ਕਾਊਂਟ ਕਰਦੀ ਹੈ। ਸੋ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਆਪਣੇ ਆਪ ਨੂੰ ਇਸ ਹਿਸਾਬ ਦੇ ਨਾਲ ਬਹੁਤ ਸਟਰੋਂਗ ਗਰਾਊਂਡ ਤੇ ਮਹਿਸੂਸ ਕਰਦੀ ਹਾਂ। ਜਲੰਧਰ ਦੇ ਵਿੱਚ ਇਹ ਵੀ ਚਰਚਾਵਾਂ ਨੇ, ਕਿਉਂਕਿ ਅਸੀਂ ਹਾਲਾਂਕਿ ਬਾਹਰੋਂ ਆਏ ਹਾਂ ਜਲੰਧਰ 'ਚ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਮਾਹੌਲ ਕੀ ਲੱਗਦਾ, ਤਾਂ ਇਹ ਵੀ ਚਰਚਾਵਾਂ ਹੁੰਦੀਆਂ ਨੇ ਕਿ ਸਿੰਪਥੀ ਵੋਟ ਵੀ ਸ਼ਾਇਦ ਇਸ ਵਾਰ ਤੁਹਾਡੇ ਨਾਲ ਜਾਊਗੀ, ਸਿੰਪਥੀ ਵੋਟ ਦੇ ਕਾਰਨ ਫਾਇਦਾ ਮਿਲ ਸਕਦਾ ਹੈਗਾ। ਤਾਂ ਲੱਗਦਾ ਕਿ ਸਿੰਪਥੀ ਵੋਟ ਹੋਊਗੀ ਜਾਂ ਫਿਰ ਉਹ ਕੰਮ ਦੇ ਬੇਸ ਦੇ ਉੱਤੇ ਵੋਟ ਹੋਏਗੀ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਜੀ, ਸਿੰਪਥੀ ਵੋਟ ਕਿਉਂ? ਕਿਉਂਕਿ ਚੌਧਰੀ ਸੰਤੋਖ ਸਿੰਘ ਜੀ ਇੱਕ ਹਰਮਨ ਪਿਆਰਾ ਨੇਤੇ ਸੀ। ਉਹਨਾਂ ਦੇ ਇਹ ਜਿਹੜਾ ਅਚਾਨਕ ਉਹਨਾਂ ਦੇ ਦੇਹਾਂਤ ਤੋਂ ਬਾਅਦ ਸਾਰੀ ਪਾਰਟੀਆਂ ਨੇ ਪਾਰਟੀ ਪੱਧਰ ਤੋਂ ਉੱਠ ਕੇ ਸਾਡੇ ਨਾਲ ਆ ਕੇ ਹਮਦਰਦੀ ਜਤਾਈ ਹੈ, ਔਰ ਉਹਨਾਂ ਦੇ ਨਾਲ ਉਹਨਾਂ ਨੂੰ ਮੈਂ ਧੰਨਵਾਦ ਵੀ ਕਰਨਾ ਚਾਹਾਂਗੀ। ਔਰ ਇਹ ਸਾਰਾ ਉਹਨਾਂ ਦਾ ਇੱਕ ਨਾਮ ਸੀ ਕਮਾਇਆ ਹੋਇਆ। ਦੁਨੀਆ 'ਤੇ ਸਭ ਨੇ ਆਉਣਾ ਜਾਂ ਚਲੇ ਜਾਣਾ ਹੈ, ਲੇਕਿਨ ਜਿਸ ਤਰ੍ਹਾਂ ਚੌਧਰੀ ਸਾਹਿਬ ਨੇ ਆਪਣਾ ਲੰਬਾ ਸਮਾਂ ਜਥੇਬੰਦੀ ਤੋਂ ਉੱਠ ਕੇ ਉਹ ਇੱਕ ਆਰਗੇਨਾਈਜੇਸ਼ਨ ਤੋਂ ਉੱਠੇ ਹੋਏ ਨੇ। ਉਹਨਾਂ ਦੇ ਪਿਤਾ ਜੀ ਦਾ ਲੰਬਾ ਲੈਗੇਸੀ ਉਹਨਾਂ ਦੇ ਕੋਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਜਥੇਬੰਦੀ ਨਾਲ ਜੋੜ ਕੇ ਆਪਣੇ ਆਪ ਉੱਤੇ ਉੱਠੇ ਔਰ ਆਪਣਾ ਮੁਕਾਮ ਹਾਸਲ ਕੀਤਾ। ਸੋ ਇਹਦੇ ਨਾਲ ਮੈਂ ਮਹਿਸੂਸ ਕਰਦੀ ਹਾਂ ਕਿ ਸਿੰਪਥੀ ਔਰ ਪਿਆਰ ਇਹ 'ਚ ਫਰਕ ਹੁੰਦਾ ਹੈ। ਸਿੰਪਥੀ ਤਾਂ ਕੋਈ ਵੀ ਜੇ ਦੁਨੀਆ ਤੋਂ ਚਲਿਆ ਜਾਂਦਾ ਤਾਂ ਤਿਹਾਤ ਵੀ ਹਾਰਾ ਨਾਰਾ ਮਾਰ ਦਿੰਦਾ ਹੈ, ਲੇਕਿਨ ਸੰਤੋਖ ਜੀ ਦੇ ਪ੍ਰਤੀ ਜਿਹੜਾ ਸਿੰਪਥੀ ਹੈ ਨਾ, ਉਹਦੇ 'ਚ ਉਹਨਾਂ ਦੇ ਪ੍ਰਤੀ ਲੋਕਾਂ ਦਾ ਸਨੇਹ ਜੁੜਿਆ ਹੋਇਆ ਹੈ, ਔਰ ਉਹ ਮੇਰੀ ਤਾਕਤ ਹੈ। ਕਿਉਂਕਿ ਸੰਤੋਖ ਜੀ ਨੇ ਆਪਣੀ ਪੂਰੀ ਲਾਈਫ ਜਿਹੜੀ ਹੈ ਉਹ ਬਿਲਕੁਲ ਨਿਡਰਤਾ ਦੇ ਨਾਲ ਆਪਣੀ ਪਾਰਟੀ 'ਚ ਖੜੇ ਆਪਣੀ ਕੌਮ ਲਈ, ਆਪਣੀ ਪਾਰਟੀ ਲਈ, ਆਪਣੀ ਪਾਰਟੀ ਦੀ ਵਿਚਾਰਧਾਰਾ ਲਈ, ਔਰ ਅਖੀਰਲਾ ਸਮਾਂ ਜੋ ਕਿ ਸ਼੍ਰੀ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਦਾ ਮੰਤਵ ਸੀਗਾ ਕਿ ਸਾਡੀ ਜਿਹੜੀ ਡਾਇਵਰਸਿਟੀ ਹੈ, ਅਨੇਕਤਾ ਹੈ, ਉਹਦੇ 'ਚ ਅਸੀਂ ਇੱਕ ਹਾਂ। ਉਹਦੇ ਲਈ ਉਹਨਾਂ ਨੇ ਆਪਣੇ ਹੱਥ 'ਚ ਝੰਡਾ ਲੈ ਕੇ ਹੀ ਡਾਈਡ ਇਨ ਹਿਜ਼ ਬੂਟਸ, ਔਰ ਉਹ ਆਪਣੀ ਕਰਮ ਭੂਮੀ 'ਤੇ ਉਹਨਾਂ ਨੇ ਆਪਣੇ ਅਖੀਰਲੇ ਜਿਹੜੇ ਸਾਹ ਹੈ ਉਹ ਵੀ ਆਪਣੇ ਲੀਡਰ ਦੇ ਹੱਥਾਂ 'ਚ ਲਏ ਹੈ। ਸੋ ਇਹਦੇ ਲਈ ਸਿੰਪਥੀ ਵਾਲੀ ਗੱਲ ਨਹੀਂ, ਸਨੇਹ ਹੈ, ਪਿਆਰ ਹੈ, ਉਹਨੂੰ ਤੁਸੀਂ ਕੋਈ ਨਾਮ ਵੀ ਦੇ ਦਿਓ। ਮੈਮ, ਜਿਸ ਇੱਕ ਨਾਲ ਲੈਗੇਸੀ ਇਸ ਪਰਿਵਾਰ ਦੀ ਪੂਰੀ ਰਹੀ ਹੈ, ਕਾਂਗਰਸ ਦੇ ਵਿੱਚ ਇੱਕ ਵੱਡਾ ਤਜਰਬਾ ਰਿਹਾ ਹੈ, ਤਾਂ ਕਦੀ ਵੈਸੇ ਚਰਚਾ ਹੁੰਦੀ ਸੀ ਕਿ ਤੁਸੀਂ ਵੀ ਪੋਲੀਟਿਕਸ ਦੇ ਵਿੱਚ ਆਓ, ਐਕਟਿਵ ਹੋ, ਤੁਸੀਂ ਕੋਈ ਸੀਟ ਤੋਂ ਕੰਟੈਸਟ ਕਰੋ? ਕਦੀ ਇਹੋ ਜਿਹੀ ਚਰਚਾ ਇਸ ਤੋਂ ਪਹਿਲਾਂ? ਮੈਂ ਇੱਕ ਨਾ ਆਰਮੀ ਆਫਿਸਰਸ ਫੈਮਿਲੀ ਤੋਂ ਹੈ ਜੀ, ਅਤੇ ਮੈਂ ਲਿਟਰੇਚਰ ਦੀ ਪ੍ਰੋਫੈਸਰ ਸੀਗੀ ਜੀ, ਔਰ ਮੈਂ ਲੰਬਾ ਅਰਸਾ ਸਿਰਫ ਗਰੀਬ ਬੱਚਿਆਂ ਨੂੰ ਪੜ੍ਹਾਇਆ। ਮੈਂ ਗਰੀਬ ਤੋਂ ਭਾਵ ਹੈ ਕਿ ਗਵਰਨਮੈਂਟ ਕਾਲਜਿਸ, ਇੱਕੋ ਹੀ ਸਰਕਾਰੀ ਇੱਥੇ ਗਵਰਨਮੈਂਟ ਕਾਲਜ ਹੈ ਜਲੰਧਰ ਦੇ ਵਿੱਚ, ਜਿਹਨੂੰ ਮੈਂ ਬਚਾਇਆ ਵੀ ਹੈ ਔਰ ਚਲਾਇਆ ਵੀ ਹੈ, ਔਰ ਉਹਨੂੰ ਕੋ ਐਜੂਕੇਸ਼ਨ ਵੀ ਕੀਤਾ, ਉਹ ਵੀ ਸੰਤੋਖ ਸਿੰਘ ਚੌਧਰੀ ਜੀ ਦੀ ਮਦਦ ਦੇ ਨਾਲ। ਕਿਉਂਕਿ ਇਹ ਇੱਕੋ ਇੱਕ ਹੈ, ਹੁਣ ਇੱਕ ਹੋਰ ਬਣਿਆ, ਹੁਣ ਇੱਕ ਦੋ ਹੋਰ ਡਿਸਟ੍ਰਿਕਟ 'ਚ ਹੋਰ ਬਣ ਗਏ, ਲੇਕਿਨ ਇਹ ਸਭ ਤੋਂ ਪੁਰਾਣਾ ਜਿਹੜਾ ਕਾਲਜ ਹੈ ਉੱਥੇ ਮੈਂ ਆਪਣੀ ਸੇਵਾਵਾਂ ਵੀ ਦਿੱਤੀਆਂ ਨੇ। ਔਰ ਮੈਂ ਬੱਚਿਆਂ ਨੂੰ ਆਪਣੀ ਜਿਹੜੀ ਜੋ ਮੇਰੇ ਹੰਬਲ ਵਿਜ਼ਡਮ ਨਾਲ ਜੋ ਮੇਰੇ ਕੋਲ ਸੀ, ਮੈਂ ਆਪਣੇ ਬੱਚਿਆਂ ਨੂੰ ਦਿੱਤਾ ਹੈ, ਇੱਕ ਸਮਝ ਦੇਣ ਦੇ ਲਈ ਕਿ ਜੇ ਆਪਾਂ ਉੱਚੇ ਉੱਠਣਾ ਹੈ ਤਾਂ ਮੁਫਤ ਦੀਆਂ ਚੀਜ਼ਾਂ ਲੈ ਕੇ ਜਾਂ ਉਹ ਕਰਕੇ ਨਹੀਂ, ਪੜ੍ਹ ਕੇ ਕੁਝ ਬਣ ਕੇ ਆਪਣੇ ਪੈਰਾਂ 'ਤੇ ਖੜੋ ਕੇ ਹੋਣਾ। ਔਰ ਇਹ ਮੇਰਾ ਮਿਸ਼ਨ ਜਿਹੜਾ ਹੈ, ਇਹ 76 'ਚ ਚਾਹੇ ਮੈਂ ਸਰਕਾਰੀ ਉਹਦੇ 'ਚ ਆ ਗਈ ਸੀ ਜੌਬ ਦੇ ਵਿੱਚ, ਅੱਜ ਤੀਕ ਮੈਂ ਉਸ ਦੇ ਨਾਲ ਜੁੜੀ ਹੋਈ ਹਾਂ। ਗਰਲ ਚਾਈਲਡ ਦੀ ਤਾਲੀਮ ਨਾਲ ਜੀ, ਖਾਸ ਤੌਰ 'ਤੇ, ਕਿਉਂਕਿ ਕੋ ਐਜੂਕੇਸ਼ਨ ਤਾਂ ਹੈ ਹੀ ਨਹੀਂ ਸੀਗਾ, ਅਤੇ ਇਹ ਸਾਰਾ ਜਿਹੜਾ ਮੇਰਾ ਸਮਰਪਿਤ ਜਿਹੜੀ ਮੇਰੀ ਜ਼ਿੰਦਗੀ ਹੈ ਉਹ ਐਜੂਕੇਸ਼ਨ ਨੂੰ ਰਹੀ ਹੈ। ਸੋ ਇਲੈਕਸ਼ਨ ਦੇ ਵਿੱਚ ਤਾਂ ਪਹਿਲਾਂ ਹੀ ਪਰਿਵਾਰ ਸੀਗਾ ਜੀ, ਅਤੇ ਮੇਰੇ ਦਿਮਾਗ 'ਚ ਕਦੇ ਇੱਦਾਂ ਨਹੀਂ ਸੀ ਆਇਆ ਕਿ ਮੈਂ ਵੀ ਇਲੈਕਸ਼ਨ ਲੜਾਂ, ਕਿਉਂਕਿ ਬਾਪ ਲੜ ਰਿਹਾ ਹੈ, ਬੇਟਾ ਲੜ ਰਿਹਾ ਹੈ, ਅਤੇ ਫਿਰ ਤੀਸਰੇ ਦਾ ਤਾਂ ਕੋਈ ਚੱਲ ਨਹੀਂ ਸੀ। ਔਰ ਪੜ੍ਹਦੇ ਦੇ ਪਿੱਛੇ ਬਹੁਤ ਕੰਮ ਹੁੰਦਾ ਹੈ, ਜਿਹੜਾ ਜੀ ਮੈਂ ਪੂਰੇ 4.5 ਦਹਾਕੇ ਕੀਤਾ ਹੈ ਜੀ। ਹਰ ਕੰਮ ਜਿਹੜਾ ਹੈ ਉਹ ਮੈਂ ਨਜ਼ਦੀਕ ਤੋਂ ਦੇਖਿਆ। ਹਾਂ, ਜੋ ਤੁਸੀਂ ਇਹ ਗੱਲ ਕੀਤੀ ਹੈ
ਕਿ ਇਹਦੀ ਮੈਂ ਸਿੰਪਲ ਐਗਜ਼ਾਮਪਲ ਦਿੰਨੀ ਹੈ ਕਿ ਜਦੋਂ ਤੁਸੀਂ ਕਾਰ ਦੀ ਰੀਅਰ ਸੀਟ ਤੇ ਬੈਠ ਕੇ ਕੋਈ ਸਫ਼ਰ ਤੇ ਨਿਕਲਦੇ ਹੋ ਜੀ ਤੇ ਤੁਹਾਨੂੰ ਦਾਹਿਣੇ ਬਾਏਂ ਦੇਖਣ ਦਾ ਔਰ ਬੇਫਿਕਰੀ ਵੀ ਹੁੰਦੀ ਹੈ ਕਿ ਤੁਸੀਂ ਮੰਜ਼ਿਲ ਤੇ ਪਹੁੰਚ ਜਾਓਗੇ। ਜਦੋਂ ਤੁਸੀਂ ਸਟੀਅਰਿੰਗ ਵੀਲ ਤੇ ਬੈਠਦੇ ਹੋ ਤੇ ਤੁਹਾਨੂੰ ਸਾਰੀ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਹੈ। ਅੱਜ ਉਹਨਾਂ ਤੋਂ ਬਾਅਦ ਜੋ ਮੈਨੂੰ ਉਹਨਾਂ ਦੀ ਜਗ੍ਹਾ ਤੇ ਲੈ ਕੇ ਉਹਨਾਂ ਦੇ ਜਿਹੜਾ ਸਭ ਖਲਾ ਉਹਨਾਂ ਦਾ ਸਾਡੇ ਪਰਿਵਾਰ 'ਚ ਪਾਰਟੀ 'ਚ ਜੋ ਪਿਆ ਉਹਨੂੰ ਲੈ ਕੇ ਜਿਹੜਾ ਤੁਰਨਾ ਪਿਆ ਉਹਦੇ ਵਿੱਚ ਸਖਤ ਮਿਹਨਤ ਦੀ ਲੋੜ ਹੈ ਔਰ ਮੈਂ ਉਹਦੇ ਲਈ ਤਤਪਰ ਹਾਂ ਜੀ। ਔਰ ਮੈਨੂੰ ਪੂਰਾ ਹੌਸਲਾ ਹੈ, ਵਾਹਿਗੁਰੂ ਦੀ ਮਿਹਰ ਔਰ ਜਲੰਧਰ ਵਾਸੀਆਂ ਦੀ ਵੀ ਮੇਰੇ ਤੇ ਮਿਹਰ ਰਹੇਗੀ, ਐਸਾ ਮੇਰਾ ਵਿਸ਼ਵਾਸ ਹੈ। ਖਾਸ ਤੌਰ ਤੇ ਮਹਿਲਾਵਾਂ ਦਾ, ਕਿਉਂਕਿ ਮਹਿਲਾ ਮੇਰੇ ਖਿਆਲ ਨਾਲ ਸ਼ਾਇਦ ਪਹਿਲੀ ਵਾਰੀ ਰਿਪਰੈਜ਼ੈਂਟੇਸ਼ਨ ਮਿਲੀ ਹੈ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਉਸ ਵਿਸ਼ਵਾਸ ਨੂੰ ਕਾਇਮ ਰੱਖ ਸਕਾਂ ਜੀ। ਮੌਜੂਦਾ ਸਰਕਾਰ ਦੀ ਗੱਲ ਕਰ ਲਈਏ, ਉਹ ਵੀ ਮਹਿਲਾਵਾਂ ਦੇ ਬਾਰੇ ਹਾਲਾਂਕਿ ਵੱਡੇ ਐਲਾਨ ਕਰ ਚੁੱਕੀ ਹੈ, ਪਰ ਅਜੇ 1000 ਰੁਪਏ ਕਦੋਂ ਮਿਲਣਾ ਹੈ ਉਸ ਦੇ ਬਾਰੇ ਕੋਈ ਨਹੀਂ ਹੈ, ਪਰ ਕਹਿੰਦੇ ਜਲਦੀ ਦੇ ਦੇਵਾਂਗੇ। ਐਜੂਕੇਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਐਜੂਕੇਸ਼ਨ ਉਹਨਾਂ ਦੇ ਕੀ ਮਾਡਲਸ ਦੇ ਵਿੱਚ ਆਉਂਦਾ ਹੈ? ਹੈਲਥ ਦੇ ਉੱਤੇ ਉਹ ਗੱਲ ਕਰਦੇ ਨੇ, 300 ਯੂਨਿਟ ਬਿਜਲੀ ਮਾਫ ਦੀ ਉਹ ਗੱਲ ਕਰਦੇ ਨੇ, ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਆਪਣੀਆਂ। ਮੈਂ ਇੱਕ ਲਾਈਨ ਤੁਹਾਨੂੰ ਕਹੀ ਸੀਗੀ ਜੀ ਕਿ ਆਪਾਂ ਮੁਫਤ ਦੀਆਂ ਚੀਜ਼ਾਂ ਲੈ ਕੇ ਉਹਨਾਂ ਤੋਂ ਵੋਟ ਲੈਣਾ ਤਾਂ ਬ੍ਰਾਈਬਿੰਗ ਹੋ ਗਿਆ ਨਾ ਜੀ। ਹਾਂ, ਲੋੜਵੰਦ ਦੀਆਂ ਜਿਹੜੀਆਂ ਆਪਾਂ ਲੋੜਾਂ ਪੂਰੀਆਂ ਕਰਨੀਆਂ ਇਹ ਬਹੁਤ ਠੀਕ ਹੈ, ਬਹੁਤ ਵਾਜਿਬ ਹੈ, ਹੋਣੀ ਚਾਹੀਦੀ ਹੈ, ਲੇਕਿਨ ਨਾਲ ਸਾਡੀਆਂ ਭੈਣਾਂ ਨੂੰ ਮਿਆਰੀ ਪੜ੍ਹਾਈ ਔਰ ਉਹਨਾਂ ਦੇ ਲਈ ਇੱਕ ਸੁੰਦਰ ਭਵਿੱਖ ਉਲੀਕਣ ਦੇ ਪ੍ਰੋਗਰਾਮ ਬਹੁਤ ਜ਼ਰੂਰੀ ਨੇ, ਤਾਂ ਕਿ ਉਹ ਇਹ ਨਾ ਕਿ ਉਹ ਕਿਸੇ ਫ੍ਰੀ ਦੇ ਸੂਟਾਂ ਤੇ ਬੈਠੀਆਂ ਰਹਿਣ। ਇਹ ਮੇਰਾ ਆਪਣਾ ਵਿਅਕਤੀਗਤ ਸੋਚਣਾ ਹੈ ਔਰ ਮੈਂ ਆਪਣੀਆਂ ਭੈਣਾਂ ਨੂੰ ਕਹਾਂਗੀ ਕਿ ਜਿਸ ਦਿਨ ਜਿੱਦਾਂ ਤੁਹਾਡੀਆਂ ਬੱਚੀਆਂ ਤੁਸੀਂ ਪੜ੍ਹਾ ਰਹੇ ਹੋ, ਬੜੀਆਂ ਗ੍ਰਹਿਣੀਆਂ ਨੇ ਜਿਹੜੀਆਂ ਆਪ ਸਕੂਲ ਕਾਲਜ ਨਹੀਂ ਗਈਆਂ ਨੇ, ਲੇਕਿਨ ਉਹਨਾਂ ਦੀਆਂ ਬੱਚੀਆਂ ਅੱਜ ਕਿਤੇ ਨਾ ਕਿਤੇ ਅੱਛੇ ਮੁਕਾਮ ਤੇ ਪੜ੍ਹਨ ਵੀ ਜਾ ਰਹੀਆਂ, ਉਹਨਾਂ ਨੂੰ ਉਹਨਾਂ ਦੇ ਸੁਪਨੇ ਨੇ ਜਿਹੜੇ ਉਹ ਪੂਰੇ ਕਰਨਗੇ। ਔਰ ਮੈਂ ਮਹਿਸੂਸ ਕਰਦੀ ਹਾਂ ਕਿ ਜਿੰਨਾ ਮੈਂ ਇਨਵੋਲਵ ਰਹਿੰਦੀ ਹਾਂ, ਬੜਾ ਅੱਛਾ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਨਹੀਂ ਪੜ੍ਹੀਆਂ ਹੋਈਆਂ ਵੀ ਗ੍ਰਹਿਣੀਆਂ ਨੇ, ਉਹ ਵੀ ਚਾਹੁੰਦੀਆਂ ਨੇ ਕਿ ਉਹਨਾਂ ਦੀਆਂ ਬੱਚੀਆਂ ਜਿਹੜੀਆਂ ਨੇ ਉਹ ਖਾਸ ਤੌਰ ਤੇ ਅੱਛੀ ਤਾਲੀਮ ਲੈਣ ਔਰ ਇਹਨਾਂ ਚੀਜ਼ਾਂ ਤੋਂ ਉਹ ਥੋੜ੍ਹੀਆਂ ਵੱਖ ਸੋਚਣ। 2 ਵਾਰ ਸਾਂਸਦ ਰਹੇ ਸੰਤੋਖ ਚੌਧਰੀ ਜੀ, ਤਾਂ ਕਦੀ ਸਬਬ ਬਣਿਆ ਪਾਰਲੀਮੈਂਟ ਜਾਣ ਦਾ, ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਅਬਜ਼ਰਵ ਕਰਨ ਦਾ ਕਦੀ ਸਬਬ ਬਣਿਆ ਸੀ ਤੁਹਾਡਾ? ਜੀ, ਵੈਸੇ ਤਾਂ ਮੈਂ ਇੱਕ ਵਾਰ ਉਹਨਾਂ ਦੀ ਓਥ ਤੇ ਗਈ ਸੀ ਜੀ। ਅਦਰਵਾਈਜ਼ ਮੈਂ ਉਹਨਾਂ ਦਾ ਜਿਹੜਾ ਲਾਈਵ ਟੈਲੀਕਾਸਟ ਹੈ ਉਹ ਮੈਂ ਪੂਰਨ ਤੌਰ ਤੇ ਵਾਚ ਕਰਦੀ ਹਾਂ, ਕਿਉਂਕਿ ਮੈਂ ਬੜੇ ਮੇਰੇ ਕੁਝ ਫੇਵਰੇਟ ਬੁਲਾਰੇ ਨੇ ਜਿਨ੍ਹਾਂ ਨੂੰ ਮੈਂ ਸੁਣਨਾ ਪਸੰਦ ਕਰਦੀ ਸੀ ਔਰ ਸਪੈਸ਼ਲੀ ਮੈਨੂੰ ਉਹਨੂੰ ਲਾਈਵ ਜਿਹੜਾ ਹੈਗਾ ਬੋਥ ਰਾਜ ਸਭਾ ਔਰ ਲੋਕ ਸਭਾ ਨੂੰ ਸੁਣਨਾ ਮੇਰਾ ਇੱਕ ਹੁਣ ਸ਼ੌਕ ਬਣਿਆ ਹੈ ਸੀ। ਸੋ ਫੇਵਰੇਟ ਬੁਲਾਰੇ ਕਿਹੜੇ ਸੀਗੇ ਉਹ? ਲੰਬੀ ਲਿਸਟ ਹੈ ਜੀ, ਪਰ ਸਾਡੇ ਕਾਂਗਰਸ 'ਚ ਆਨੰਦ ਸ਼ਰਮਾ ਜੀ ਸੀਗੇ ਜੀ, ਮਨੀਸ਼ ਤਿਵਾੜੀ ਜੀ ਸੀਗੇ ਜੀ, ਖੁਦ ਸੰਤੋਖ ਜੀ ਤਾਂ ਸੀਗੇ ਜੀ, ਔਰ ਅਨੇਕਾਂ ਹੈ ਜੀ। ਔਰ ਮਹਾਰਾਸ਼ਟਰ ਤੋਂ MP ਸਾਹਿਬਾਂ ਨੇ NCP ਦੀਆਂ, ਤਾਂ ਮੈਂ ਕਾਫੀ ਓਬਜ਼ਰਵ ਕਰਦੀ ਹਾਂ ਜੀ ਉਹਨਾਂ ਨੂੰ। ਔਰ ਰਾਜ ਸਭਾ 'ਚ ਕਾਫੀ ਵਾਮਪੰਥੀ ਦਲਾਂ ਦੇ ਜਿਹੜੇ ਕਈ MP ਸਾਹਿਬ ਨੇ ਉਹਨਾਂ ਨੂੰ ਮੈਂ ਸੁਣਦੀ ਹਾਂ ਜੀ। ਔਰ ਇਹ ਸਾਰਾ ਕੁਝ ਹੁਣ ਇਨਗ੍ਰੇਨ ਹੋ ਗਿਆ ਸਾਡੇ ਮਤਲਬ ਵਿੱਚ, ਢਲ ਗਿਆ। ਮੈਨੂੰ ਲੱਗਦਾ ਕਿ ਘਰ ਦੇ ਵਿੱਚ ਇੱਕ ਬਹੁਤ ਵਧੀਆ ਕੰਟੈਂਟ ਰਾਈਟਰ ਵੀ ਸੀਗਾ ਉਹਨਾਂ ਦੇ ਕੋਲ, ਤਾਂ ਕੰਟੈਂਟ ਤੁਹਾਡੇ ਵੱਲੋਂ ਕਦੀ ਦਿੱਤਾ ਜਾਂਦਾ ਸੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਬੋਲੋ, ਦੇਖੋ ਵੀ ਇਸ ਤਰੀਕੇ ਦੇ ਨਾਲ ਵਿਕਰਮ ਉਹਨਾਂ ਨੂੰ ਤੁਸੀਂ ਕਦੀ ਲਿਖ ਕੇ ਦਿੱਤਾ ਹੋਵੇ? ਹਾਈਟੈਕ ਜਿਹੜਾ ਸਿਸਟਮ ਹੋਇਆ ਉਹ ਤਾਂ ਹੁਣੇ ਹੋਇਆ ਨਾ ਜੀ, ਤੇ ਅਸੀਂ ਤਾਂ ਉਸ ਪਰਿਵਾਰ ਤੋਂ ਉਸ ਟਾਈਮ ਤੋਂ ਸੁਣਦੇ ਵੀ ਆਏ ਔਰ ਬਾਕੀ ਕੀਤਾ ਵੀ ਹੈ ਕਿ ਜਦੋਂ ਪਰਚੀਆਂ ਵੀ ਹੱਥ ਨਾਲ ਬਣਾਈ ਜਾਂਦੀਆਂ ਸੀ ਤੇ ਅਸੀਂ ਬੈਠ ਕੇ ਆਪ ਸਾਰੀਆਂ ਵੋਟਰ ਲਿਸਟਾਂ ਹੱਥ ਨਾਲ ਬਣਾਈਆਂ ਹੋਈਆਂ ਨੇ ਕਨਸਟੀਚੁਐਂਸੀ ਦੀਆਂ। ਤੇ ਹੋਰ ਅੱਜ ਇਹ ਅਜੀਬ ਲੱਗੇਗੀ ਗੱਲ, ਬਟ ਦਿਸ ਇਜ਼ ਅ ਫੈਕਟ। ਔਰ ਬਾਪੂ ਜੀ ਜੋ ਮੇਰੇ ਮਾਸਟਰ ਗੁਰਬੰਤਾ ਸਿੰਘ ਜੀ ਸਹੁਰਾ ਸਾਹਿਬ ਮੇਰੇ, ਉਹਨਾਂ ਤਾਂ ਸਾਈਕਲਾਂ 'ਤੇ ਇਲੈਕਸ਼ਨ ਲੜਦੇ ਸੀ। ਸੋ ਇਹ ਜਿਹੜੀ ਕੰਟੈਂਟ ਰਾਈਟਿੰਗ ਹੈ ਔਰ ਇਹ ਹੈ, ਇਹ ਉਹਨਾਂ ਜ਼ਮਾਨਿਆਂ 'ਚ ਕਿੱਦਾਂ ਹੁੰਦੀ ਸੀ, ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਨੂੰ ਸਕ੍ਰਿਪਟ ਲਿਖੀ ਆ ਔਰ ਤੁਸੀਂ ਪੁਆਇੰਟਸ ਦੇਣੇ ਆ, ਬਣ ਜਾਂਦਾ ਹੈ। ਲੇਕਿਨ ਹਾਂ, ਇਹ ਜ਼ਰੂਰ ਹੈ ਕਿ ਅਸੀਂ ਆਪਣਾ ਜਿਹੜਾ ਦਫ਼ਤਰ ਹੈ ਵੀ ਆਪ ਹੀ ਚਲਾਉਂਦੇ, ਅਸੀਂ ਲਿਖਦੇ ਵੀ ਆਪ, ਅਸੀਂ ਮਤਲਬ A to Z ਅਸੀਂ ਕੋਸ਼ਿਸ਼ ਕਰਦੇ ਸੀ ਕਿ ਸਾਰਾ ਕੰਮ ਆਪਣੇ ਹੱਥੀਂ ਹੋ ਜਾਵੇ।
ਇਹ 'ਚ ਕੋਈ ਦੋ ਰਾਇਆ ਨਹੀਂ ਹੈਗੀਆਂ ਜੀ। 14 ਔਰ 19 ਦੀਆਂ ਕੁਝ ਯਾਦਾਂ ਤਾਜ਼ਾ ਹੁੰਦੀਆਂ ਨੇ ਹੁਣ ਜਦੋਂ ਇਸ ਮੌਜੂਦਾ ਹਾਲਾਤਾਂ ਦੇ ਵਿੱਚ ਹੋ? ਇਹ ਇੱਕ ਦੁੱਖ ਦੀ ਰਗ ਹੈ ਜੀ, ਉਹਨਾਂ ਦਾ ਅਚਾਨਕ ਜਾਣਾ। ਸਿਆਸੀ ਪਰਿਵਾਰ ਕੋ ਬੈਠ ਕੇ ਪਰਿਵਾਰ ਨੂੰ ਗਰੀਫ ਕਰਨ ਦਾ ਵੀ ਟਾਈਮ ਨਹੀਂ ਮਿਲਿਆ, ਪਰ ਮੈਂ ਸ਼ੁਕਰਗੁਜ਼ਾਰ ਹਾਂ। ਫਿਰ ਤੁਹਾਨੂੰ ਮੈਂ ਕਹਾਂਗੀ ਕਿ ਆਪਣੇ ਸਾਰੇ ਜਲੰਧਰ ਵਾਸੀਆਂ ਦੀ, ਆਪਣੀ ਸਮੁੱਚੀ ਕਾਂਗਰਸ ਲੀਡਰਸ਼ਿਪ, ਸੈਂਟਰ ਦੀ, ਪ੍ਰਦੇਸ਼ ਦੀ, ਸਾਡੇ ਪ੍ਰਧਾਨ ਖੜਗੇ ਸਾਹਿਬ ਜੀ, ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇੰਨਾ ਕੁ ਹਿੰਮਤ ਦਿੱਤੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਮੈਨੂੰ ਬਾਰ-ਬਾਰ ਹੌਂਟ ਕਰਨ ਜਾਂ ਮੈਨੂੰ ਥੋੜ੍ਹਾ ਕਮਜ਼ੋਰ ਕਰਨ, ਉਹਦਾ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ। ਕਿਉਂਕਿ ਹੁਣ ਰਾਊਂਡ ਦ ਕਲੌਕ ਕੰਮ ਹੈ, ਇਸ ਲਈ ਟੀਚਾ ਅੱਗੇ ਇਸ ਵੇਲੇ ਉਸ ਜਗ੍ਹਾ 'ਤੇ ਪਹੁੰਚਣ ਦਾ ਹੈ, ਔਰ ਇੱਕੋ ਹੀ ਰਸਤਾ ਹੈ ਉਹਦੇ ਲਈ, ਉਹ ਹਾਰਡ ਵਰਕ ਔਰ ਸਿੰਸੈਰਿਟੀ ਹੈ ਜੀ। ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ, ਕਿਉਂਕਿ ਪਹਿਲੀ ਮੁਲਾਕਾਤ ਸੀ। ਬਹੁਤਿਆਂ ਨੂੰ ਮੈਨੂੰ ਲੱਗਦਾ, ਸਾਡੇ ਵਿਊਅਰਸ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ ਸ਼ਾਇਦ ਤੁਹਾਡੇ ਬਾਰੇ ਨਹੀਂ ਇੰਨੀ ਜਾਣਕਾਰੀ ਹੋਊਗੀ, ਤਾਂ ਮੈਂ ਆਸ ਕਰਦਾ ਕਿ ਜਿੰਨੀਆਂ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਨੂੰ ਤੁਹਾਡੇ ਬਾਰੇ ਪਤਾ ਚੱਲਿਆ ਹੋਵੇਗਾ, ਔਰ ਆਪਣੇ ਕੈਂਡੀਡੇਟ ਬਾਰੇ ਜਲੰਧਰ ਵਾਸੀਆਂ ਨੂੰ ਵੀ ਹੋਰ ਡੂੰਘਾਈ ਦੇ ਨਾਲ ਪਤਾ ਚੱਲਿਆ ਹੋਊਗਾ, ਔਰ ਅੱਗੇ ਵੀ ਹੁਣ ਤਾਂ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੁਹਾਡੀ ਕੈਂਪੇਨਸ ਦੇ ਵਿੱਚ ਵੀ। ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਬਸ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਜੀ ਦਾ ਬਣਾਇਆ ਹੋਇਆ ਸੰਵਿਧਾਨ ਨੇ ਸਾਨੂੰ ਬਹੁਤ ਤਾਕਤ ਦਿੱਤੀ ਹੈ, ਔਰ ਮੈਂ ਮਹਿਸੂਸ ਕਰਦੀ ਹਾਂ ਕਿ ਇਹ ਤਾਕਤ ਦੇ ਨਾਲ ਤੁਸੀਂ ਸਰਕਾਰਾਂ ਬਣਾਉਂਦੇ ਹੋ ਔਰ ਸਰਕਾਰਾਂ ਗਿਰਾਉਂਦੇ ਹੋ। ਆਪਣੀ ਵੋਟ ਨੂੰ, ਜਿਹੜੀ ਇੰਨੀ ਤਾਕਤ ਰੱਖਦੀ ਹੈ, ਇੰਨੀ ਸ਼ਕਤੀ ਰੱਖਦੀ ਹੈ, ਉਸ ਨੂੰ ਪਾਉਣ ਲੱਗੇ ਉਹ ਕੀਮਤੀ ਵੋਟ ਕਿਹਨੂੰ ਜਾ ਰਹੀ ਹੈ, ਉਹਨੂੰ ਇੱਕ ਵਾਰੀ ਜ਼ਰੂਰ ਸੋਚਣ ਔਰ ਇੱਕ ਵੋਟ ਜ਼ਰੂਰ ਕਰਨ ਜਾਣ। ਕੋਈ ਘਰ ਨਾ ਬੈਠੇ, ਕਿਉਂਕਿ ਸਾਡੀ ਜਿਹੜੀ ਡੈਮੋਕ੍ਰੇਸੀ ਹੈ, ਸਾਡੀ ਜਮਹੂਰੀਅਤ, ਉਸਨੂੰ ਸੰਭਾਲਣਾ ਵੀ ਸਾਡਾ ਕੰਮ ਹੈ ਔਰ ਉਹਨੂੰ ਪਾਲਣਾ ਵੀ ਸਾਡਾ ਕੰਮ ਹੈ। ਅਤੇ ਜਿਹੜੀ ਵੋਟ ਹੈ ਉਹਦੇ ਵਿੱਚ ਜਿਹੜੀ ਤਾਕਤ ਹੈ, ਉਸ ਨੂੰ ਤਦੇ ਅਸੀਂ ਮਾਣ ਸਕਾਂਗੇ ਜੇ ਅਸੀਂ ਉਸ ਨੂੰ ਬੂਥ ਤੱਕ ਲੈ ਕੇ ਜਾਵਾਂਗੇ। ਔਰ ਮੈਂ ਖਾਸ ਤੌਰ 'ਤੇ ਆਪਣੀਆਂ ਮਹਿਲਾਵਾਂ ਨੂੰ ਔਰ ਆਪਣੇ ਸਾਰੇ ਜਲੰਧਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜਿੱਥੇ ਤੁਸੀਂ ਚੌਧਰੀ ਸਾਹਿਬ ਦਾ 2 ਵਾਰ ਬਹੁਤ ਭਰਪੂਰ ਸਾਥ ਦਿੱਤਾ ਹੈ, ਅਤੇ ਤੁਸੀਂ ਅੱਜ ਵੀ ਉਹਨਾਂ ਦੀ ਉਹ ਜਾਣ ਤੋਂ ਬਾਅਦ ਸਾਡੇ 'ਤੇ ਆਪਣਾ ਜਿਹੜੀ ਹੈ ਉਹ ਆਪਣਾ ਸਪੋਰਟ ਦਿਓਗੇ, ਸਾਨੂੰ ਆਪਣਾ ਸਹਿਯੋਗ ਦਿਓਗੇ, ਔਰ ਇਹੀ ਇੱਕ ਸੱਚੀ ਸ਼ਰਧਾਂਜਲੀ ਹੋਏਗੀ ਉਹਨਾਂ ਨੂੰ ਵੀ, ਔਰ ਮੈਂ ਵੀ ਉਹਨਾਂ ਦੇ ਕੰਮ ਜੋ ਅਧੂਰੇ ਨੇ ਔਰ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਦੇ ਲਈ ਤਦੇ ਸક્ષਮ ਹੋ ਸਕਾਂਗੀ ਜੇ ਮੈਨੂੰ ਉਹਨਾਂ ਦਾ ਭਰਪੂਰ ਸਹਿਯੋਗ ਮਿਲੇਗਾ। ਬਹੁਤ ਬਹੁਤ ਧੰਨਵਾਦ ਗੱਲਬਾਤ ਲਈ। ਜੈ ਹਿੰਦ ਜੀ। ਤਾਂ ਗੱਲਬਾਤ ਸੀ, ਕਿਉਂਕਿ ਹੁਣ ਜਲੰਧਰ ਜ਼ਿਮਨੀ ਚੋਣ ਦੀਆਂ ਜਿਸ ਤਰੀਕੇ ਦੇ ਨਾਲ ਤਿਆਰੀਆਂ ਹਰ ਕੋਈ ਸਿਆਸੀ ਪਾਰਟੀਆਂ ਕਰ ਰਹੀਆਂ ਨੇ, ਤਾਂ ਕਾਂਗਰਸ ਵੱਲੋਂ ਉਮੀਦਵਾਰ ਕਰਮਜੀਤ ਕੌਰ ਉਹਨਾਂ ਨੂੰ ਐਲਾਨਿਆ ਗਿਆ ਹੈ ਔਰ ਉਹਨਾਂ ਦੇ ਨਾਲ ਤੁਹਾਡੀ ਇਹ ਮੁਲਾਕਾਤ ਕਰਵਾਈ ਹੈ।